ਵਰਿਆਮ ਸਿੰਘ ਸੰਧੂ ਦੀ ਕਹਾਣੀ ਹੈ ਕਿੱਥੇ ਗਏ। ਮੂੰਹ ਹਨੇਰੇ ਉੱਠ ਕੇ ਬਚਨੇ ਨੇ ਚਾਈਂ ਚਾਈਂ ਸਾਈਕਲ ਅੰਦਰੋਂ ਕੱਢਿਆ ਤੇ ਕੰਬਦੀ ਠੁਰਕਦੀ ਕੁੱਬੀ ਹੁੰਦੀ ਜਾ ਰਹੀ ਮਾਂ ਨੂੰ ਛੇਤੀ ਰੋਟੀ ਬੰਨ੍ਹ ਕੇ ਦੇਣ ਦੀ ਤਾਕੀਦ ਕੀਤੀ। ਭਾਵੇਂ ਉਹਨੇ ਸ਼ਾਮੀ ਸਾਈਕਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅੰਦਰ ਰੱਖਿਆ ਸੀ, ਪਰ ਫਿਰ ਵੀ ਛੱਤ ਤੋਂ ਕਿਰਦੀ ਮਿੱਟੀ ਨੇ ਉਹਨੂੰ ਧੂੜ ਨਾਲ ਭਰ ਦਿੱਤਾ ਸੀ। ਮੋਮਬੱਤੀ ਦੇ ਚਾਨਣ ਵਿੱਚ ਉਹਨੇ ਕੋਈ ਪਾਟਾ ਕੱਪੜਾ ਲੱਭਿਆ ਤੇ ਬੜੀ ਰੀਝ ਨਾਲ ਕੱਲ੍ਹ ਹੀ ਖਰੀਦੇ ਪੁਰਾਣੇ ਪਰ ਆਪ ਨੂੰ ਨਵੇਂ ਲੱਗਦੇ ਸਾਈਕਲ ਨੂੰ ਸਾਫ਼ ਕਰਨ ਲੱਗਾ। ਸਾਈਕਲ ਜਿਹੜਾ ਉਹਨੇ ਸ਼ਿੰਗਾਰੀ ਰਿਕਸ਼ੇ ਵਾਲੇ ਦੀ ਮਦਦ ਨਾਲ ਕੱਲ੍ਹ ਹੀ ਮੁੱਲ ਲਿਆ ਸੀ, ਜਿਸ ਨੂੰ ਖਰੀਦਣ ਲਈ ਸ਼ਿੰਗਾਰੀ ਨੇ 50 ਰੁਪਏ ਉਹਨੂੰ ਹੱਥ ਉਧਾਰ ਵੀ ਦਿੱਤੇ ਸਨ। ਬਾਕੀ ਉਹਦੀ ਪਿਛਲੇ 6 ਮਹੀਨਿਆਂ ਤੋਂ ਆਪਣਾ ਤੇ ਆਪਣੀ ਮਾਂ ਦਾ ਪੇਟ ਕੱਟ ਕੇ ਜੋੜ ਕੇ ਕੀਤੀ ਹੋਈ ਕਮਾਈ ਸੀ। ਉਹ ਸਾਈਕਲ ਸਾਫ਼ ਕਰ ਰਿਹਾ ਸੀ ਤੇ ਸ਼ਿੰਗਾਰੀ ਵਰਗੇ ਮਿਹਰਬਾਨ ਯਾਰ ਤੇ ਅੰਦਰੋਂ ਅੰਦਰ ਸਦਕੇ ਵੀ ਜਾ ਰਿਹਾ ਸੀ, ਜਿਸ ਨੇ ਉਹਨੂੰ ਰੋਜ਼ ਆਖ ਕੇ ਰੁੰਨ ਕੇ ਮਿਹਨਤ ਦੇ ਪੈਂਡੇ ਨਾਲ ਦਿਨੋਂ ਦਿਨ ਨਿਢਾਲ ਹੁੰਦੇ ਸਰੀਰ ਵੱਲ ਵੇਖ ਕੇ ਸਾਈਕਲ ਲੈਣ ਲਈ ਮਜਬੂਰ ਕੀਤਾ ਸੀ ਤੇ ਲੈ ਕੇ ਦਿੱਤਾ ਵੀ ਸੀ। ਤੇ ਜਿੰਨਾ ਚਿਰ ਬਚਨਾ ਸਾਈਕਲ ਖਰੀਦ ਨਹੀਂ ਸੀ ਸਕਿਆ, ਉਹਨਾਂ ਚਿਰ ਉਹ ਸਾਈਕਲ ਦੇ ਸੁਪਨੇ ਲੈਂਦਾ ਰਿਹਾ ਸੀ, ਜਿਸ ਦੇ ਆਉਣ ਨਾਲ ਉਹਦਾ ਪੈਂਡਾ ਬਚ ਜਾਣਾ ਸੀ। ਨਹੀਂ ਤਾਂ ਸ਼ਹਿਰ ਦਿਹਾੜੀ ਕਰਨ ਲਈ ਸਵੇਰੇ ਸਾਜਰੇ ਪਿੰਡੋਂ ਉੱਠ ਕੇ 8-9 ਮੀਲ ਤੁਰ ਕੇ ਸ਼ਹਿਰ ਜਾਣਾ ਤੇ ਸ਼ਾਮ ਨੂੰ ਧੂੜ ਫੱਕਦੇ ਖੱਲੀਆਂ ਪਈਆਂ ਘਸੀਟਦੀਆਂ ਲੱਤਾਂ ਨਾਲ ਥੱਕੇ ਹਾਰੇ ਹੋਏ ਬੁਝੇ ਹੋਏ ਪਿੰਡ ਪਹੁੰਚਣਾ, ਇਹ ਸਭ ਕੁਝ ਨੇ ਤਾਂ ਉਹਨੂੰ ਮਾਰ ਹੀ ਸੁੱਟਿਆ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਪਿੰਡੋਂ ਤੁਰ ਪੈਣਾ ਤੇ ਸੂਰਜ ਡੁੱਬਣ ਤੋਂ ਪਿੱਛੋਂ ਹਨੇਰੇ ਹੋਏ ਕਦੀ ਘਰ ਦਾ ਨਿੱਕ ਸੁੱਕ ਖਰੀਦੀ ਤੇ ਕਦੀ ਸ਼ਹਿਰ ਕੀਤੀਆਂ ਦਿਹਾੜੀਆਂ ਜਾਂ ਮਜ਼ਦੂਰੀ ਦੇ ਚੰਦ ਸਿੱਕੇ ਜੇਬ 'ਚ ਕੁੱਟ ਕੇ ਸਾਂਭਦੇ ਘਰ ਪਹੁੰਚਣਾ ਤੇ ਆਉਂਦਿਆਂ ਰਾਤ ਨੂੰ ਸੰਘਣੇ ਹਨੇਰੇ 'ਚ ਮਾਂ ਦਾ ਸੁੱਜੀਆਂ ਅੱਖਾਂ ਨਾਲ ਵਾਗਰੂ ਕਰਦੇ ਉਡੀਕਣਾ ਤੇ ਅਗਲੇ ਦਿਨ ਤੋਂ ਸਵਖਤੇ ਪਿੰਡ ਵਾਪਸ ਪਹੁੰਚਣ ਲਈ ਤਰਲਾ ਲੈਣਾ। ਪਰ ਉਹ ਮਾਂ ਨੂੰ ਦਿੱਤਾ ਚਾਨਣੇ ਪਹੁੰਚਣ ਦਾ ਵਾਅਦਾ ਕਦੀ ਘੱਟ ਹੀ ਸਿਰੇ ਚੜ੍ਹਾ ਸਕਿਆ ਸੀ। ਉਹਨੂੰ ਲੱਗਦਾ ਉਸ ਤਾਂ ਬਸ ਹਨੇਰੇ ਲਈ ਹੈ ਤੇ ਹਨੇਰਾ ਉਸ ਲਈ, ਹੋਰ ਕੁਝ ਵੀ ਨਹੀਂ। ਉਹਨੂੰ ਸੂਰਜ ਦੀ ਧੁੱਪ 'ਚ ਲਿਸ਼ਕਦਾ ਆਪਣਾ ਪਿੰਡ ਨਜ਼ਰ ਭਰ ਕੇ ਤੱਕਿਆਂ ਜੁਗੜੇ ਬੀਤ ਗਏ ਲੱਗਦੇ ਸਨ। ਉਸਨੂੰ ਲੱਗਦਾ ਖਬਰੇ ਉਹਦੇ ਪਿੰਡ ਸੂਰਜ ਚੜ੍ਹਨੋਂ ਹੀ ਹਟ ਗਿਆ ਸੀ ਜਾਂ ਉਹਦੇ ਪਿੰਡ ਦੀ ਧੁੱਪ ਕਿਧਰੇ ਗਵਾਚ ਗਈ ਸੀ। ਜਦੋਂ ਵੀ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਜ਼ਿੰਦਗੀ, ਜੇ ਇਸੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ, ਉੱਤੇ ਝਾਤ ਮਾਰਦਾ ਤਾਂ ਵੇਖਦਾ ਉਹਦਾ ਤਾਂ ਸਦਾ ਕੁਝ ਨਾ ਕੁਝ ਗਵਾਚਦਾ ਹੀ ਰਿਹਾ ਸੀ। ਉਂਝ ਉਹਦਾ ਬੜਾ ਦਿਲ ਕਰਦਾ ਬਚਪਨ ਵਾਂਗ ਪਿੰਡ ਦੇ ਸੰਘਣੇ ਦਾੜੀ ਵਾਲੇ ਬੋੜ ਦੀ ਛਾਵੇਂ ਖੱਡੀ ਖੱਡਾ ਜਾਂ 12 ਟਾਹਣੂ ਖੇਡੇ। ਪਰ ਬਚਪਨ ਤਾਂ ਫੁੱਲਾਂ ਦੀ ਮਹਿਕ ਲੱਦੀ ਹਵਾ ਦੇ ਬੁੱਲੇ ਵਾਂਗ ਬੜੇ ਚਿਰ ਤੋਂ ਕੋਲੋਂ ਲੰਘ ਗਿਆ ਸੀ ਤੇ ਜਵਾਨੀ ਉਹਨੂੰ ਪਤਾ ਨਹੀਂ ਮੁੱਠੀ ਵਿੱਚ ਭਰੀ ਰੇਤ ਦੇ ਕਿਣਕਿਆਂ ਵਾਂਗੂ ਕਿਵੇਂ ਤੇ ਕਦੋਂ ਕਿਰਦੀ ਜਾ ਰਹੀ ਸੀ। ਬਸ ਪਿਛਲੇ 6 ਮਹੀਨਿਆਂ ਤੋਂ ਸ਼ਿੰਗਾਰੀ ਦੇ ਆਖਣ 'ਤੇ ਇੱਕ ਪੁਰਾਣੀ ਸਾਈਕਲ ਖਰੀਦਣ ਲਈ ਉਹ ਆਪਣੀ ਮਿਹਨਤ ਦਾ ਲਹੂ ਕਾਗਜ਼ ਦੇ ਕੁਝ ਨੋਟ ਟੁੱਟੇ ਟਰੰਕ ਵਿੱਚ ਲੁਕੋ ਕੇ ਇੰਝ ਰੱਖਦਾ ਸੀ, ਮੁੱਠੀ ਵਿੱਚ ਇੰਝ ਘੁੱਟ ਕੇ ਰੱਖਦਾ ਰਿਹਾ ਸੀ ਕਿ ਕਿਧਰੇ ਪੈਸੇ ਵੀ ਉਹਦੀ ਜਵਾਨੀ ਵਾਂਗ ਹੀ ਮੁੱਠੀ ਵਿੱਚੋਂ ਕਿਰਦੇ ਕਿਰ ਨਾ ਜਾਣ। ਇਸੇ ਲਈ ਉਹਨੇ ਇੱਕੋ ਟਾਈਮ ਚਾਹ ਪੀਣੀ ਸ਼ੁਰੂ ਕਰ ਦਿੱਤੀ ਸੀ। ਰੋਟੀ ਦੀ ਥਾਂ ਇੱਕ ਡੰਗ ਚੌਲਾਂ ਜਾਂ ਖਿਚੜੀ ਨਾਲ ਡੰਗ ਸਾਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਲਈ ਖਬਰੇ ਉਹ ਮਾਂ ਦੀਆਂ ਬੁਝਦੀਆਂ ਜਾਂਦੀਆਂ ਅੱਖਾਂ ਲਈ ਕੋਈ ਚੰਗਾ ਦਾਰੂ ਸ਼ਹਿਰੋਂ ਨਹੀਂ ਸੀ ਲਿਆ ਸਕਿਆ। ਇਸੇ ਲਈ ਲੈ ਪੁੱਤ ਰੋਟੀ, ਰੱਬ ਤੇਰੀ ਲੰਮਾ ਆਰਜਾ ਕਰੇ ਕਰਮਾਂ ਵਾਲਿਆ, ਜੁਗ ਜੁਗ ਜੀਏ। ਮਾਂ ਦੇ ਕਲੇਜੇ ਠੰਡ ਪਾਉਂਦਾ ਰਹੇ। ਮਾਂ ਨੇ ਮੈਲੇ ਜੇ ਅੱਧੋ ਰਾਣੇ ਪੌਣੇ 'ਚ 3 ਰੋਟੀਆਂ ਅੰਬ ਦਾ ਅਚਾਰ ਤੇ ਥੋੜ੍ਹਾ ਜਿੰਨਾ ਗੁੜ ਬੰਨ੍ਹ ਕੇ ਉਹਨੂੰ ਫੜਾਇਆ ਤੇ ਫੁੱਟਦੀ ਪੌਹ ਦੇ ਸੁਖਾਵੇਂ ਚਾਨਣ ਵਿੱਚ ਨਿੱਕੀਆਂ ਅੱਖਾਂ ਨਾਲ ਸਾਫ਼ ਹੋਏ ਸਾਈਕਲ ਨੂੰ ਬੜੇ ਚਾਅ ਨਾਲ ਵੇਖਦੀ ਬੋਲੀ, ਅੜਿਆ ਬਚਨਿਆ, ਉਹ ਸਾਈਕਲ ਤਾਂ ਐਂ ਨਵਿਆਂ ਵਰਗਾ ਹੈ। ਵੇਖਾਂ ਕੀਕੂ ਲਿਸ਼ ਕਰਦਾ। ਸੱਚਿਆ ਪਾਤਸ਼ਾਹ ਤੇਰਾ ਲੱਖ ਸ਼ੁਕਰ ਹੈ। ਮਾਂ ਨੇ ਦੋਵੇਂ ਹੱਥ ਜੋੜੇ ਤੇ ਫਿਰ ਸੁੱਕੀਆਂ ਛਾਤੀਆਂ ਉੱਪਰ ਘੁੱਟ ਕੇ ਸ਼ਾਂਤੀ ਨਾਲ ਡੂੰਘਾ ਸਾਹ ਭਰਿਆ। ਤੰਗੀ ਸੰਗੀ ਤਾਂ ਸਰੀਰ ਨਾਲ ਹੁੰਦੀ ਹੀ ਹੈ, ਪਰ ਹੁਣ ਚਾਨਣੇ ਤਾਂ ਆ ਜਾਇਆ ਕਰੇਗਾ। ਉੱਤੋਂ ਕਿਹੜਾ ਜ਼ਮਾਨਾ, ਮੇਰੇ ਲਾਲ ਦਾ ਪਿਛਲੇ 6 ਮਹੀਨਿਆਂ ਵਿੱਚ ਹੀ ਕਿਵੇਂ ਸਰੀਰ ਸੂਤਿਆ ਗਿਆ। ਮਾਂ ਸਦਕੇ। ਮਾਂ ਨੇ ਕੰਬਦੇ ਹੱਥਾਂ ਨਾਲ ਪੁੱਤ ਦਾ ਮੋਢਾ ਘੁੱਟਿਆ।
ਬਚਨੇ ਨੇ ਮਾਂ ਹੱਥੋਂ ਰੋਟੀ ਫੜੀ ਤੇ ਮਾਂ ਨੂੰ ਕਹਿਣ ਲੱਗਾ, ਮਾਂ ਉਹ ਪਾਟਾ ਜਿਹਾ ਝੋਲਾ ਸੀ ਘਰ, ਉਹ ਫੜਾ। ਤੇ ਉਹ ਆਪ ਪੂਰੀ ਸੰਤੁਸ਼ਟਤਾ ਨਾਲ ਸਾਈਕਲ ਨੂੰ ਵੇਖਦਾ ਉਹਦੀ ਕਾਠੀ ਨੂੰ ਥਪਥਪਾਉਣ ਲੱਗਾ, ਜਿਵੇਂ ਕੋਈ ਘੋੜੇ ਦੀ ਪਿੱਠ ਥਪਥਪਾ ਰਿਹਾ ਹੋਵੇ। ਉਹਦੇ ਦਾਦੇ ਕੋਲ ਵੀ ਇੱਕ ਬੁੱਢੜੀ ਘੋੜੀ ਹੁੰਦੀ ਸੀ। ਉਹਦੇ ਬੁੱਢੇ ਦਾਦੇ ਨੇ ਕਦੀ ਉਹਨੂੰ ਬੜੀ ਰੀਝ ਨਾਲ ਪਾਲਿਆ ਸੀ। ਘੋੜੀ 'ਤੇ ਸਵਾਰ ਹੋਣ ਤੋਂ ਪਹਿਲਾਂ ਉਹ ਸਦਾ ਖਰਖਰੇ ਨਾਲ ਉਹਦਾ ਪਿੰਡਾ ਸਾਫ਼ ਕਰਦਾ, ਫਿਰ ਉਹਦੀ ਪਿੱਠ ਥਾਪੜਦਾ। ਉਸ ਘੋੜੀ 'ਤੇ ਬਾਪੂ ਨਾਲ ਬੈਠ ਕੇ ਬਚਨੇ ਨੇ ਕਈ ਵਾਰੀ ਹੂਟੇ ਲਏ ਸਨ। ਨਿੱਕੇ ਜਿੰਨੇ ਬਚਨੇ ਨੇ, ਉਦੋਂ ਬਚਨਾ ਵੀ ਸੋਚਦਾ ਹੁੰਦਾ ਸੀ ਉਹ ਵੱਡਾ ਹੋ ਕੇ ਵਧੀਆ ਘੋੜੀ ਖਰੀਦੇਗਾ, ਉਸ ਨੂੰ ਚਾਵਾਂ ਅਤੇ ਰੀਝਾਂ ਨਾਲ ਪਾਲੇਗਾ, ਉਹਦੀ ਸੇਵਾ ਕਰੇਗਾ ਅਤੇ ਫਿਰ ਕਿਰਲਗੜ੍ਹ ਦੀ ਛਿੰਝ 'ਤੇ, ਜਿਵੇਂ ਉਹ ਪਿਛਲੇ ਸਾਲ ਬਾਪੂ ਨਾਲ ਘੋੜੀ 'ਤੇ ਚੜ੍ਹ ਕੇ ਗਿਆ ਸੀ, ਵੱਡਾ ਹੋ ਕੇ ਜਾਇਆ ਕਰੇਗਾ। ਮਾਇਆ ਲੱਗੀ ਪੱਗ ਦਾ ਸ਼ਮਲਾ ਕੰਨ ਕੋਲ ਛੱਡ ਕੇ ਘੋੜੀ ਨੂੰ ਅੱਡੀ ਲਾਈ ਅਖਾੜੇ ਦੇ ਚੁਫੇਰੇ ਘੁੰਮੇਗਾ। ਲੋਕ ਉਸ ਨੂੰ ਅਤੇ ਉਹਦੀ ਘੋੜੀ ਨੂੰ ਵੇਖਿਆ ਕਰਨਗੇ। ਉਹਦੀ ਘੋੜੀ ਦੇ ਪਿੰਡੇ ਤੋਂ ਵੀ ਰੱਖਿਆ ਹੱਥ ਤਿਲਕੇਗਾ। ਉਹਦੀ ਘੋੜੀ ਵੀ ਅੱਡੀ ਨਾ ਝੱਲੇਗੀ ਅਤੇ ਸਰਪਟ ਦੌੜ ਪਿਆ ਕਰੇਗੀ। ਉਹਦਾ ਬਾਪੂ ਵੀ ਤਾਂ ਇੰਝ ਹੀ ਆਪਣੀ ਘੋੜੀ ਦੀ ਤਾਰੀਫ ਵਿੱਚ ਕਿਹਾ ਕਰਦਾ ਸੀ। ਇਹ ਘੋੜੀ ਹੁਣ ਤਾਂ ਰਹਿ ਗਈ। ਰੌਲਿਆਂ ਤੋਂ ਪਹਿਲਾਂ ਜਦ ਸਸਤੇ ਸਨ, ਮੈਂ ਇਹਨੂੰ ਸਿਆਲ 'ਚ ਦੇਸੀ ਘਿਓ ਦੇਣਾ। ਇੱਕ ਵਾਰ ਮੈਂ ਇਹਨੂੰ ਅੰਬਰਸਰ ਵਿਸਾਖੀ ਲੈ ਗਿਆ, ਇਹਨੂੰ ਨੱਚਦੀ ਨੂੰ ਮੇਮਾ ਵੇਖਣ, ਅਤੇ ਫਿਰ ਉਹ ਡੂੰਘਾ ਹੌਕਾ ਲੈ ਕੇ ਆਖਦਾ, ਘੋੜਾ ਅਤੇ ਬੰਦਾ ਵੀ ਕਦੇ ਬੁੱਢੇ ਹੋਏ ਨੇ, ਖੁਰਾਕ ਮਿਲਦੀ ਰਹੇ ਸਹੀ, ਪਰ ਹੁਣ ਤਾਂ ਤੇ ਨਿੱਕੇ ਹੁੰਦਿਆਂ ਬਾਪੂ ਦੀਆਂ ਵੇਖੀਆਂ ਘੋਰ ਨਿਰਾਸ਼ ਅੱਖੀਆਂ ਬਚਨੇ ਦੀਆਂ ਅੱਖਾਂ ਅੱਗੇ ਆ ਗਈਆਂ। ਉਹ ਉਹਨਾਂ ਨਾਲ ਅੱਖਾਂ ਨਾ ਮਿਲਾ ਸਕਿਆ ਅਤੇ ਕੰਬ ਗਿਆ। ਉਹਨੇ ਸਿਰ ਝਟਕ ਕੇ ਫਿਰ ਸਾਈਕਲ ਦੀ ਕਾਠੀ ਥਪਕੀ। ਬੱਲੇ ਓਏ ਘੋੜਿਆ, ਅਤੇ ਕਹਿੰਦਿਆਂ ਉਹਨੂੰ ਲੱਗਾ ਉਹਦੇ ਮੂੰਹ 'ਤੇ ਕਤਰੀ ਹੋਈ ਦਾੜੀ ਦੀ ਥਾਂ ਉਹਦੇ ਦਾਦੇ ਦੀ ਡਾਢੀ ਭਰਵੀਂ ਗੱਲਾਂ ਤੋਂ ਲੈ ਕੇ ਛਾਤੀ ਤੱਕ ਪੈਲੀ ਸੰਘਣੀਆਂ ਮੁੱਛਾਂ ਵਾਲੀ ਦਾੜੀ ਉਗਾਈ ਹੋਵੇ। ਮਾਂ ਝੋਲਾ ਲੱਭ ਕੇ ਲਿਆਈ ਤਾਂ ਉਹਨੇ ਰੋਟੀ ਲਪੇਟ ਕੇ ਝੋਲਾ ਸਾਈਕਲ ਦੇ ਹੈਂਡਲ ਨਾਲ ਲਟਕਾ ਲਿਆ। ਫਿਰ ਮਾਂ ਨੂੰ ਕਹਿਣ ਲੱਗਾ, ਅੱਜ ਮੈਂ ਜ਼ਰੂਰ ਸੂਰਜ ਡੁੱਬਦੇ ਦੇ ਲਾਗੇ ਛਾਗੇ ਹੀ ਆ ਜੂੰ, ਤੂੰ ਫਿਕਰ ਨਾ ਕਰੀ। ਐਵੇਂ ਡੀਕਦੀ ਨਾ ਰਿਹਾ ਕਰ ਕਮਲਿਆਂ, ਮੈਨੂੰ ਕੋਈ ਮੂੰਹ 'ਚ ਤਾਂ ਨਹੀਂ ਪਾ ਲੈਂਦਾ। ਅੱਧੀ ਰਾਤ ਤੱਕ ਵਾਗਰੂ ਵਾਗਰੂ ਕਰਦੀ ਰਹਿੰਦੀ ਹੈ। ਬਸ ਤੇਰੇ ਲਈ ਹੁਣ ਸਾਈਕਲ ਖਰੀਦਿਆ। ਗੱਲਾਂ ਕਰਦਾ ਉਹ ਹੱਸ ਪਿਆ। ਮਾਂ ਵੀ ਪੋਲਾ ਜਿਹਾ ਹੱਸੀ। ਵੇ ਜਿਉਂਦਾ ਰਹੇ ਬਚਨਿਆ ਪੁੱਤ, ਮੇਰਾ ਤਾਂ ਤੇਰੇ ਹੀ ਨਾਲ ਹੀ ਹੁਣ ਜਹਾਨ ਵਸਦਾ ਹੈ। ਤਕੜਾ ਹੋ ਕੇ ਕੰਮ ਕਰ। ਐਤਕੀ ਲੋਹੜੀ ਨੂੰ ਤੇਰੀ ਭੈਣ ਨੂੰ ਵੀ ਸੂਟ ਬਣਾ ਕੇ ਦੇਣਾ ਹੈ। ਪਤਾ ਨਹੀਂ ਕਿੰਨੇ ਵਰ੍ਹੇ ਹੋ ਗਈ ਮੰਗਦੀ ਨੂੰ। ਅੜਿਆ ਸੋਚਦੀਆਂ ਤਾਂ ਰੋਣ ਆਉਂਦਾ ਹੈ, ਕੀ ਆਖਦੇ ਹੋਣਗੇ ਅਗਲੇ। ਚੰਗਾ ਚੰਗਾ, ਤੂੰ ਫਿਕਰ ਨਾ ਕਰ। ਉਹ ਮਾਂ ਦੀ ਗੱਲ ਨੂੰ ਅੱਧ ਸੁਣੀ ਕਰਕੇ ਸਾਈਕਲ ਫੜ ਕੇ ਬੂਹਿਓਂ ਬਾਹਰ ਨਿਕਲ ਆਇਆ। ਗਲੀਓਂ ਬਾਹਰ ਆ ਕੇ ਉਹ ਇੱਕ ਵਾਰ ਫੇਰ ਖੜੋਤਾ, ਨਜ਼ਰ ਭਰ ਕੇ ਸਾਈਕਲ ਵੱਲ ਤੱਕਿਆ, ਜਿਵੇਂ ਪਲੀ ਹੋਈ ਘੋੜੀ ਨੂੰ ਤੱਕ ਰਿਹਾ ਹੋਵੇ, ਮੁਸਕਰਾਉਂਦੇ ਸੁਪਨੇ ਨੂੰ ਸਾਕਾਰ ਹੁੰਦਿਆਂ ਵੇਖ ਰਿਹਾ ਹੋਵੇ। ਉੱਠ ਰਹੇ ਸੂਰਜ ਦੀ ਲਾਲੀ ਵਿੱਚ ਤੇ ਸਾਈਕਲ ਦੀ ਕਾਠੀ ਦੇ ਲਾਲ ਕਵਰ ਵਿੱਚ ਬੜਾ ਮੇਲ ਸੀ। ਉਹਨੂੰ ਇੰਝ ਮਹਿਸੂਸ ਹੋਇਆ, ਫੁੱਟ ਦੀ ਪਹੁ ਦੀ ਲਾਲੀ ਤੇ ਕਵਰ ਦਾ ਲਾਲ ਰੰਗ ਮਿਲ ਕੇ ਜਿਵੇਂ ਉਹਦੇ ਲਹੂ ਦਾ ਰੰਗ ਬਣ ਗਏ ਹਨ। ਸਤਨਾਮ ਕਹਿ ਕੇ ਉਹ ਸਾਈਕਲ 'ਤੇ ਸਵਾਰ ਹੋ ਗਿਆ। ਹੌਲੀ ਹੌਲੀ ਸਾਈਕਲ ਚਲਾਉਂਦਿਆਂ ਉਹ ਨਹਿਰ ਦੀ ਪਟੜੀ 'ਤੇ ਆ ਚੜ੍ਹਿਆ। ਸਾਈਕਲ ਚਲਾਉਂਦਿਆਂ ਉਹਨੂੰ ਬੜਾ ਸਵਾਦ ਆ ਰਿਹਾ ਸੀ। ਨਿੱਕੇ ਹੁੰਦਿਆਂ ਸੁਣੀਆਂ ਬਾਤਾਂ ਦੇ ਉਡਣ ਖਟੋਲੇ ਵਰਗਾ ਸਾਈਕਲ ਉਹਦੇ ਹੇਠਾਂ ਸੀ। ਜਿਸ ਸਾਈਕਲ ਲਈ ਪੈਸਾ ਪੈਸਾ ਜੋੜਦਿਆਂ ਉਹਨੇ ਰੋਜ਼ ਸੁਪਨੇ ਲਏ ਸਨ ਕਿ ਕਦੋਂ ਸਾਈਕਲ ਖਰੀਦੇਗਾ, ਕਦੋਂ ਉਹਦਾ ਕਦਮ ਕਦਮ ਗਿਣ ਕੇ ਮੁੱਕਦਾ 15-16 ਮੀਲ ਸ਼ਹਿਰ ਆਉਣ ਜਾਣ ਦਾ ਪੈਂਡਾ ਘਟੇਗਾ। ਸੂਰਜ ਰੁੱਖਾਂ ਓਲਿਓਂ ਧਰਤੀ ਵਿੱਚੋਂ ਅੱਧਾ ਲਾਲ ਮੁਖੜਾ ਬਾਹਰ ਕੱਢੀ ਚਾਹ ਤਾਕਦਿਆਂ ਮੁਸਕਰਾ ਰਿਹਾ ਸੀ। ਲਾਲ ਸੁਰਖ ਲੁਹਾਰ ਦੀ ਭੱਠੀ ਵਾਂਗ ਭਖਦਾ, ਕਿਸੇ ਗੋਰੀ ਦੇ ਸੋਹਣੇ ਮੁਖੜੇ ਵਾਂਗ ਦਗਦਾ, ਤੇ ਦਗਦੇ ਸੂਰਜ ਵੱਲ ਵੇਖਦੇ ਬਚਨੇ ਨੂੰ ਨਿੱਕੇ ਹੁੰਦਿਆਂ ਆਪਣੇ ਨਾਨਕੇ ਪਿੰਡ ਵਾਲੀ ਛਿੰਦੋ ਯਾਦ ਹੋ ਆਈ। ਦਗਦੇ ਚਿਹਰੇ ਵਾਲੀ ਹਸੂੰ ਹਸੂੰ ਕਰਦੀ, ਭਰਵੇਂ ਚਿਹਰੇ ਤੇ ਗੁੰਦੇ ਸਰੀਰ ਵਾਲੀ ਛਿੰਦੋ। ਦੂਜੀ 'ਚ ਪੜ੍ਹਦਿਆਂ ਜਦੋਂ ਇੱਕ ਵਾਰ ਨਾਨਕੇ ਗਿਆ ਸੀ ਤਾਂ ਕੁੜੀਆਂ ਪਿੱਪਲ ਪੀਂਘਾਂ ਝੂਟ ਰਹੀਆਂ ਸਨ। ਉਹਦੀ ਮਾਸੀ ਦੀ ਵਾਰੀ ਹਟੀ ਤਾਂ ਛਿੰਦੇ ਨੇ ਪੀਂਘ ਫੜ ਕੇ ਉੱਤੇ ਬੈਠਦਿਆਂ ਬਚਨੇ ਨੂੰ ਕਿਹਾ, ਆਵੇ ਟਿੱਡੂਆ, ਤੂੰ ਵੀ ਹੂਟਾ ਲੈ ਲਾ। ਉਹ ਫੱਟੀ ਤੇ ਉਹਦੇ ਲੱਤਾਂ ਵਿਚਕਾਰ ਉਹਦੀਆਂ ਪਿੰਨੀਆਂ ਘੁੱਟ ਕੇ ਬੈਠ ਗਿਆ। ਗੋਲ ਗੋਲ ਗੱਦਰ ਪਿੰਨੀਆਂ। ਛਿੰਦੋ ਦੀਆਂ ਲੱਤਾਂ ਤੇ ਬਾਹਾਂ ਦਾ ਸਾਰਾ ਤਾਣ ਪਿੱਪਲ ਨੂੰ ਝੂਣ ਗਿਆ।
ਇੰਨੀ ਉੱਚੀ ਪੀਂਘ ਦੇ ਹੂਟੇ ਤੋਂ ਡਰ ਕੇ ਬਚਨਾ ਰੋ ਪਿਆ ਸੀ। ਉੱਚੀ ਉੱਚੀ ਡਾਡਾ ਮਾਰ ਕੇ ਉਹ ਇੱਕਦਮ ਝੂਲਦੀ ਪੀਂਘ 'ਤੇ ਉਸਦੇ ਨਾਲ ਬੈਠ ਗਈ। ਪੀਂਘ ਝੂਲ ਰਹੀ ਸੀ ਤੇ ਉਹਨੂੰ ਵਰਾ ਰਹੀ ਸੀ। ਗੋਰੇ ਮੂੰਹ ਵਾਲੀ, ਕਾਲੀ ਚੁੰਨੀ ਵਾਲੀ, ਸੁਰਮੇ ਦੀ ਲੰਮੀ ਧਾਰੀ ਵਾਲੀਆਂ ਮੋਟੀਆਂ ਮੋਟੀਆਂ ਅੱਖਾਂ ਵਾਲੀ ਰੰਗ ਰਤੜੀ ਛਿੰਦੋ। ਛੀ, ਕਮਲਾ ਨਾ ਹੋਵੇ। ਚੁੱਪ ਕਰ ਮੇਰਾ ਬੀਬਾ ਵੀਰ, ਚੁੱਪ ਕਰ, ਬਸ ਬਸ ਚੁੱਪ ਚੁੱਪ। ਉਹਨੇ ਉਹਨੂੰ ਛਾਤੀ ਨਾਲ ਘੁੱਟ ਲਿਆ ਸੀ। ਚੁੱਪ ਕਰ, ਨਹੀਂ ਤਾਂ ਮੈਂ ਤੇਰਾ ਮੂੰਹ ਜੂਠਾ ਕਰ ਦੂੰ। ਉਹ ਬਚਨੇ ਦਾ ਮੂੰਹ ਜੂਠਾ ਕਰਨ ਤੇ ਰੋ ਪੈਣ ਦੀ ਆਦਤ ਜਾਣਦੀ ਸੀ, ਪਰ ਉਹ ਰੋਈ ਜਾ ਰਿਹਾ ਸੀ ਤੇ ਫਿਰ ਛਿੰਦੋ ਨੇ ਉਹਨੂੰ ਚੁੰਮਣਾ ਸ਼ੁਰੂ ਕੀਤਾ। ਮੱਥੇ 'ਤੇ, ਹੋਠਾਂ 'ਤੇ, ਗੱਲ੍ਹਾਂ 'ਤੇ ਨਾਲ ਨਾਲ ਚੁੰਮੀ ਜਾਈ ਤੇ ਨਾਲ ਨਾਲ ਆਖੀ ਜੇ, ਆ ਲੈ ਆ ਲੈ। ਹੌਲੀ ਹੌਲੀ ਪੀਂਘ ਖਲੋ ਗਈ ਸੀ। ਬਚਨੇ ਦਾ ਮੂੰਹ ਸੰਗ ਨਾਲ ਸੂਹਾ ਘੁੱਟ ਹੋ ਗਿਆ ਸੀ ਤੇ ਜਦੋਂ ਪੀਂਘ ਉਤਰਨ ਵੇਲੇ ਉਸਨੇ ਬਚਨੇ ਨੂੰ ਕੁੱਛੜ ਚੁੱਕ ਕੇ ਉਤਾਰਦਿਆਂ ਉਹਦੀਆਂ ਵੱਖੀਆਂ 'ਚ ਕੁਤਕੁਤਾਰੀਆਂ ਕੀਤੀਆਂ ਤਾਂ ਉਹ ਹੱਸ ਪਿਆ ਸੀ, ਖਿੜਖੜਾ ਕੇ, ਫੁੱਟ ਫੁੱਟ ਕੇ। ਛਿੰਦੋ ਦਾ ਚੁੰਮਣਾ ਤੇ ਘੁੱਟਣਾ ਉਹਨੂੰ ਬੜਾ ਚੰਗਾ ਲੱਗਿਆ ਸੀ ਤੇ ਕੁੜੀਆਂ ਹੱਸਦੀਆਂ ਹੋਈਆਂ ਕਹਿ ਰਹੀਆਂ ਸਨ, ਨੀ ਮੁੰਡਾ ਤਾਂ ਠਰਕੀ ਨਿਕਲੂ। ਉਸ ਦਿਨ ਤੋਂ ਛਿੰਦੋ ਵਰਗੀ ਕੁੜੀ ਦਾ ਨਕਸ਼ਾ ਉਹਦੀਆਂ ਅੱਖਾਂ 'ਚ ਵਸ ਗਿਆ ਸੀ। ਉਹ ਸੋਚਦਾ ਰਿਹਾ ਸੀ ਕਿ ਉਹਦੇ ਘਰ ਦੀ ਛਿੰਦੋ ਵਰਗੀ ਵਹੁਟੀ ਆਏਗੀ, ਉਹਦੇ ਸੁਪਨਿਆਂ ਦੀ ਰਾਣੀ। ਖੇਤਾਂ 'ਚ ਜਾਏਗਾ ਤਾਂ ਠੁਮਕ ਠੁਮਕ ਉਹਦੀ ਰੋਟੀ ਲੈ ਕੇ ਆਏਗੀ। ਘਰ ਨੂੰ ਆਏਗਾ ਤਾਂ ਬੂਹੇ 'ਚ ਖੜੋ ਕੇ ਰੀਝ ਨਾਲ ਉਹਨੂੰ ਉਡੀਕੇਗੀ, ਉਸਨੂੰ ਚੁੰਮੇਗੀ, ਪਿਆਰੇਗੀ ਤੇ ਬਸ। ਪਰ ਉਹਦੀਆਂ ਦਲੀਜਾਂ ਤੇਲ ਨੂੰ ਤਰਸਦੀਆਂ ਕਿਸੇ ਦੁਖਿਆਰੀ ਦੇ ਵਾਲਾਂ ਵਾਂਗ ਖੁਸ਼ਕ ਹੀ ਰਹੀਆਂ ਸਨ। ਚੁਗਾਠਾਂ ਨੂੰ ਕਿਸੇ ਦਾ ਉਡੀਕਦਾ ਸਿਰ ਨਸੀਬ ਨਹੀਂ ਸੀ ਹੋਇਆ ਤੇ ਬਚਨਾ ਇਸ ਸਭ ਕੁਝ ਬਾਰੇ ਸੋਚਦਾ ਹੀ ਰਿਹਾ ਸੀ। ਸੂਰਜ ਰੁੱਖਾਂ ਵਿੱਚੋਂ ਪੂਰਾ ਬਾਹਰ ਨਿਕਲ ਆਇਆ ਸੀ ਤੇ ਹੁਣ ਉਸ ਵੱਲ ਵੇਖਿਆ ਅੱਖਾਂ ਚੁੰਦੀਆਂ ਹੁੰਦੀਆਂ ਸਨ। ਚੰਗੀ ਘੋੜੀ ਵਾਂਗ ਚੰਗੀ ਕੁੜੀ ਦਾ ਸੁਪਨਾ ਵੀ ਪਤਾ ਨਹੀਂ ਕਿੱਧਰ ਤੁਰ ਗਿਆ ਸੀ। ਪਟੜੀ ਤੇ ਜੀਪ ਆਉਂਦੀ ਵੇਖ ਕੇ ਉਹਨੇ ਸਾਈਕਲ ਨੂੰ ਬ੍ਰੇਕ ਲਾਈ ਤੇ ਨਾਲ ਹੀ ਚੱਲਦੇ ਜਾ ਰਹੇ ਆਪਣੇ ਖਿਆਲਾਂ ਨੂੰ ਵੀ। ਜੀਪ ਉਹਦੇ ਮੂੰਹ 'ਤੇ ਧੂੜ ਪਾਉਂਦੀ ਅੱਗੇ ਲੰਘ ਗਈ ਸੀ। ਉਸ ਪਿੱਛਾਂ ਭੌਂ ਕੇ ਵੇਖਿਆ, ਪਿੱਛੇ ਨੰਬਰਦਾਰਾਂ ਦਾ ਵੱਡਾ ਮੁੰਡਾ ਦੁਨਾਲੀ ਲਈ ਬੈਠਾ ਸੀ। ਉਹਨੇ ਮਨ ਹੀ ਮਨ ਉਹਨੂੰ ਗਾਲ ਕੱਢੀ ਤੇ ਫਿਰ ਉਹਨੇ ਮਹਿਸੂਸ ਕੀਤਾ ਉਹ ਕੀ ਬਕਵਾਸ ਗੱਲਾਂ ਸੋਚ ਰਿਹਾ ਸੀ। ਖਾਹ ਉਦਾਸ ਹੋ ਰਿਹਾ ਸੀ। ਸੋਹਣੀ ਔਰਤ ਬਾਰੇ ਮਨ 'ਚ ਵਿਚਾਰਦਿਆਂ ਉਹਨੇ ਮੂੰਹ ਗਾਲ ਕੱਢੀ। ਉਹਨੇ ਹੱਥ ਚੁੱਕ ਕੇ ਮੂੰਹ ਤੋਂ ਧੂੜ ਪੂੰਝੀ ਤਾਂ ਗੱਲਾਂ ਦੀਆਂ ਉਭਰੀਆਂ ਹੱਡੀਆਂ ਤੋਂ ਉਹਨੂੰ ਬੀਤਦੀ ਜਾ ਰਹੀ ਉਮਰ ਦਾ ਅਹਿਸਾਸ ਹੋਇਆ। ਉਹੋ ਜਿਹੀ ਖੂਬਸੂਰਤ ਔਰਤ ਦਾ ਖਿਆਲ ਤਾਂ ਉਹਨੂੰ ਆਕਾਸ਼ੋਂ ਤਾਰੇ ਤੋੜਨ ਵਾਂਗ ਲੱਗਾ ਤੇ ਤਾਰੇ ਕੋਈ ਭਲਾ ਕਿਵੇਂ ਤੋੜ ਸਕਦਾ। ਫਿਰ ਉਹ ਮਨ ਹੀ ਮਨ ਵਿੱਚ ਹੱਸਿਆ। ਆਹ ਮੂੰਹ ਤੇ ਉਹਨੂੰ ਸ਼ਿੰਗਾਰੀ ਦੀਆਂ ਗੱਲਾਂ ਬੜੀਆਂ ਠੀਕ ਲੱਗਦੀਆਂ ਸਨ। ਉਹਨੇ ਹੀ ਤਾਂ ਬਚਨੇ ਨੂੰ ਕਿਹਾ ਸੀ, ਔਖਾ ਸੌਖਾ ਹੋ ਕੇ 2 ਸਾਲ ਪੈਸੇ ਜੋੜ ਲਾ, ਜਿਵੇਂ ਚੱਲਦਾ ਸਾਈਕਲ ਲੈ ਲਿਆ, ਇੱਦਾਂ ਕਿਤੋਂ ਚੱਲਦੀ ਜਨਾਨੀ ਮਿਲ ਜੂ। ਪੈਸੇ ਨੂੰ ਕੀ ਨਹੀਂ ਮਿਲਦਾ ਅੱਜ ਦੇ ਜ਼ਮਾਨੇ 'ਚ। ਉਹਦੇ ਦਿਲ 'ਚ ਆਇਆ, ਵਾਕਿਆ ਹੀ ਮਾਂ ਤੋਂ ਹੁਣ ਰੋਟੀ ਨਹੀਂ ਪੱਕਦੀ, ਔਰਤ ਚਾਹੀਦੀ ਤਾਂ ਹੈ। ਪਰ ਨਾਲ ਹੀ ਉਹਨੂੰ ਗਹਿਣੀ ਪਈ ਸਾਰੀ ਜ਼ਮੀਨ ਛੁਡਾਉਣ ਦਾ ਵਿਚਾਰ ਸਰਕੜੇ ਦੇ ਚੀਰਾਂ ਵਾਂਗ ਪੱਛ ਗਿਆ ਤੇ ਉਹ ਕੁਝ ਫੈਸਲਾ ਨਾ ਕਰ ਸਕਿਆ, ਜ਼ਮੀਨ ਜਾਂ ਔਰਤ, ਤੇ ਫਿਰ ਦੋਵਾਂ ਲਈ ਪੈਸਾ। ਬਹਿਰਹਾਲ ਉਸ ਸ਼ਿੰਗਾਰੀ ਦੀ ਯਾਰੀ 'ਤੇ ਕੁਰਬਾਨ ਸੀ। ਜਦੋਂ ਪਿੰਡੋਂ ਜ਼ਮੀਨ ਗਹਿਣੇ ਪੈ ਜਾਣ 'ਤੇ ਬਚਨਾ ਪਿੰਡ ਵਿੱਚ ਜੱਟ ਦੀ ਹੈਂਕੜ ਕਾਇਮ ਰੱਖਦਿਆਂ ਪਿੰਡ ਦਿਹਾੜੀ ਕਰਨ ਦੀ ਬਜਾਏ ਸ਼ਹਿਰ ਦਿਹਾੜੀ ਕਰਨ ਗਿਆ ਸੀ ਤਾਂ ਪਹਿਲੇ ਦਿਨ ਹੀ ਉਹਦਾ ਸ਼ਿੰਗਾਰੀ ਨਾਲ ਮੇਲ ਹੋ ਗਿਆ ਸੀ। ਉਹੋ ਹੀ ਉਹਨੂੰ ਮਜ਼ਦੂਰਾਂ ਦੀ ਮੰਡੀ ਛੱਡ ਆਇਆ ਸੀ, ਜਿੱਥੇ ਭਈਆਂ ਦੀ ਕਤਾਰ 'ਚ ਖੜੋਤਾ ਬਚਨਾ ਨਿੰਮੋ ਝੂਣ ਹੋਇਆ ਜ਼ਮੀਨ ਵੱਲ ਵੇਖ ਰਿਹਾ ਸੀ ਤੇ ਕਦੀ ਸ਼ਹਿਰ ਦੇ ਧੂੰਏਂ ਭਰੇ ਅਸਮਾਨ ਵੱਲ। ਸਾਹਮਣੇ ਇੱਕ ਸਰਦਾਰ ਰੇਹੜੀ ਤੋਂ ਖਰਬੂਜੇ ਚੁਣ ਚੁਣ ਕੇ ਬੋਰੀ 'ਚ ਪਾ ਰਿਹਾ ਸੀ। ਹੱਥ ਨਾਲ ਟੋ ਕੇ ਉਲਟ ਪੁਲਟ ਕੇ ਵੇਖ ਰਿਹਾ ਸੀ, ਖਰਬੂਜੇ ਪਸੰਦ ਕਰ ਰਿਹਾ। ਖਰਬੂਜਿਆਂ ਦਾ ਤੋੜਾ ਭਰ ਕੇ ਉਹ ਮਜ਼ਦੂਰਾਂ ਵੱਲ ਵਧਿਆ। ਆਈਏ ਸਰਦਾਰ ਸਾਹਿਬ, ਕਹੋ ਸਰਦਾਰ ਜੀ। 3-4 ਮਜ਼ਦੂਰ ਉਸ ਵੱਲ ਲਪਕੇ। ਸਰਦਾਰ ਠਹਿਰੋ ਕਰਦਾ ਸਾਰਿਆਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਣ ਲੱਗਾ, ਜਿਵੇਂ ਕੋਈ ਵਧੀਆ ਰੰਗਦਾਰ ਮਿੱਠਾ ਖਰਬੂਜਾ ਪਸੰਦ ਕਰ ਰਿਹਾ ਹੋਵੇ। ਤੇ ਫਿਰ ਉਹਨੇ ਚੁੱਪ ਕੀਤੇ ਖੜੋਤੇ ਬਚਨੇ ਨੂੰ ਕਿਹਾ, ਉਹ ਖਰਬੂਜੇ ਚੁੱਕ। ਤੇ ਅੱਜ ਭਲਕ ਘਰ ਵਿੱਚ ਗੁਸਲਖਾਨੇ ਦੀ ਮੁਰੰਮਤ ਲਈ ਮਿਸਤਰੀ ਨਾਲ ਕੰਮ ਕਰਾਉਣ ਦਾ ਦਿਹਾੜੀ ਦਾ ਕੀ ਲਏਗਾ? ਗੱਲ ਟੁੱਕ ਬਚਨਾ ਚੁੱਪ ਕੀਤਾ ਉਸ ਸਰਦਾਰ ਦੇ ਮੂੰਹ ਵੱਲ ਵੇਖ ਰਿਹਾ ਸੀ। ਉਹਦੇ ਮੱਥੇ 'ਤੇ ਤਰੇਲੀਆਂ ਛੁੱਟ ਰਹੀਆਂ ਸਨ।
ਉਹਦੇ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਸਮਾਂ ਸਿਮਟ ਕੇ ਜਿਵੇਂ ਸਰਦਾਰ ਦੀ ਖਰਬੂਜਿਆਂ ਵਾਲੀ ਬੋਰੀ 'ਚ ਬੰਦ ਹੋ ਗਿਆ ਸੀ। ਉਹ ਡੁੰਨ ਵੱਟਾ ਬਣ ਕੇ ਖੜੋਤਾ ਸੀ। ਬੜੇ ਚਿਰ ਪਿੱਛੋਂ ਉਹਦੇ ਬੁੱਲ ਫਰ ਕੇ, ਪਰ ਉਹ ਬੋਲ ਫਿਰ ਵੀ ਨਾ ਸਕਿਆ। ਉਹਦੀ ਥਾਂ ਸ਼ਿੰਗਾਰੀ ਰਿਕਸ਼ਾ ਅੱਗੇ ਕਰਕੇ ਬੋਲ ਪਿਆ, ਸਰਦਾਰ ਜੀ ਵਿਚਾਰਾ ਪਹਿਲੇ ਦਿਨ ਸ਼ਹਿਰ ਆਇਆ, ਜੱਟਾਂ ਦਾ ਮੁੰਡਾ। ਇਹਨੇ ਵਿਚਾਰੇ ਅੱਗੇ ਕਦੀ। ਤੇ ਫਿਰ ਉਹ ਬਚਨੇ ਨੂੰ ਸੰਬੋਧਿਤ ਹੋਇਆ, ਸਰਦਾਰਾ ਐਂ ਗੂੰਗੇ ਬਣਿਆ ਤੇ ਸੰਗਿਆ ਨਹੀਂ ਸਰਨਾ ਸ਼ਹਿਰ 'ਚ। ਅਸੀਂ ਵੀ ਤੇਰੇ ਵਾਂਗੂ ਜੱਟ ਦੇ ਪੁੱਤ ਹਾਂ। ਸਾਨੂੰ ਵੀ ਪਹਿਲਾਂ ਭਾਜੀ ਸ਼ਰਮ ਆਉਂਦੀ ਸੀ ਵੀ ਜੱਟਾਂ ਦਾ ਪੁੱਤ ਹੋ ਕੇ ਰਿਕਸ਼ਾ ਚਲਾਉਂਦੇ ਹਾਂ। ਇਸੇ ਲਈ ਪਹਿਲਾਂ ਰਾਤ ਨੂੰ ਹਨੇਰੇ ਚਲਾਉਂਦਾ ਸਾਂ। ਫਿਰ ਜਦੋਂ ਵਟਣਾ ਚੜ੍ਹਿਆ ਤਾਂ ਹਨੇਰਾ ਛੱਡ ਕੇ ਚੜ੍ਹੇ ਸੂਰਜ ਸਿਖਰ ਦੁਪਹਿਰੀ ਵੀ ਚਲਾਉਣਾ ਪਿਆ ਫਟਦੀ ਨੂੰ। ਨੱਚਣਾ ਤਾਂ ਫਿਰ ਘੁੰਡ ਕਾਹਦਾ। ਉਹ ਦਿਨ ਤੇ ਅੱਜ ਦਾ ਦਿਨ, ਉਹਦੀ ਤੇ ਸ਼ਿੰਗਾਰੀ ਦੀ ਯਾਰੀ ਹੋ ਗਈ ਸੀ। ਉਹ ਦਿਨ ਤੇ ਅੱਜ ਦਾ ਦਿਨ ਉਹ ਮੰਡੀ ਵਿਚਲੇ ਪੀਲੇ ਰੰਗ ਉੱਤੇ ਹਰੇ ਰੰਗ ਦੀਆਂ ਫਾੜੀਆਂ ਵਾਲੇ ਖਰਬੂਜੇ ਵਾਂਗ ਪੀਲੇ ਰੰਗ ਉੱਤੇ ਹਰੀਆਂ ਨਾੜੀਆਂ ਵਾਲਾ ਖਰਬੂਜਾ ਬਣ ਗਿਆ ਸੀ। ਸ਼ਿੰਗਾਰੀ ਤੇ ਉਹ ਇੱਕ ਦੂਜੇ ਦੇ ਸਾਹੀਂ ਜਿਉਂਦੇ ਰਹੇ ਸਨ। ਉਹ ਦਿਨ ਤੇ ਅੱਜ ਦਾ ਦਿਨ ਉਹ ਸ਼ਹਿਰ 'ਚ ਆਪਣਾ ਮੁੜਕਾ ਪੈਸਿਆਂ ਨਾਲ ਤੋਲਦਾ ਆਇਆ ਸੀ। ਉਹ ਦਿਨ ਤੇ ਅੱਜ ਦਾ ਦਿਨ ਉਹ ਗਹਿਣੇ ਪਈ ਜ਼ਮੀਨ ਛੁਡਾਉਣ ਲਈ, ਇੱਕ ਤੀਵੀਂ ਲਿਆਉਣ ਲਈ ਤੇ ਇੱਕ ਨਿੱਕਾ ਜਿੰਨਾ ਪਿਆਰਾ ਘਰ ਵਸਾਉਣ ਲਈ ਖਪਦਾ ਰਿਹਾ ਸੀ, ਮਰਦਾ ਰਿਹਾ ਸੀ। ਪਰ ਅਜੇ ਤੀਕ ਤਾਂ ਉਹ ਇਹੋ ਇੱਕ ਪੁਰਾਣਾ ਸਾਈਕਲ ਹੀ ਖਰੀਦ ਸਕਿਆ ਸੀ, ਉਹ ਵੀ ਸ਼ਿੰਗਾਰੀ ਦੀ ਮਦਦ ਨਾਲ। ਸ਼ਿੰਗਾਰੀ ਵੀ ਆਖਦਾ ਹੁੰਦਾ ਸੀ, ਲੋਕ ਵੀ ਆਖਦੇ ਸਨ ਤੇ ਉਹ ਠੀਕ ਮੰਨਦਾ ਸੀ ਕਿ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਬੇਲੀ। ਪਰ ਸ਼ਿੰਗਾਰੀ ਤਾਂ ਉਹਨੂੰ ਬੜਾ ਪਿਆਰਾ ਲੱਗਦਾ, ਨਿਰਛਲ ਬੇਮਤਲਬ। ਉਹਨੂੰ ਲੱਗਦਾ ਮਤਲਬ ਤੋਂ ਬਿਨਾਂ ਵੀ ਯਾਰੀਆਂ ਹੁੰਦੀਆਂ ਹਨ, ਪਰ ਕਿਉਂ ਤੇ ਉਹਨੂੰ ਕਦੀ ਸਮਝ ਨਹੀਂ ਸੀ ਪਿਆ। ਨਹਿਰ ਦੇ ਵੱਡੇ ਪੁਲ ਤੋਂ ਸ਼ਹਿਰ ਨੂੰ ਮੁੜਦੀ ਵੱਡੀ ਸੜਕ 'ਤੇ ਸਾਈਕਲ ਮੋੜ ਕੇ ਉਹ ਪੁਲ ਦੇ ਕੰਢੇ ਸਾਈਕਲ ਰੋਕ ਕੇ ਕੁਝ ਮਿੰਟਾਂ ਲਈ ਚੱਲਦੇ ਪਾਣੀ ਨੂੰ ਵੇਖਣ ਲੱਗਾ। ਪਾਣੀ ਦੇ ਨਾਲ ਉਹਦੀ ਸੋਚ ਤੁਰਦੀ ਕਿਤੇ ਦੀ ਕਿਤੇ ਪਹੁੰਚ ਗਈ। ਇਹ ਨਹਿਰ ਉਹਨਾਂ ਦੇ ਪਿੰਡ ਦੇ ਕੋਲੋਂ ਦੀ ਲੰਘਦੀ ਸੀ। ਇਸੇ ਨਹਿਰ ਦੇ ਕੰਢੇ ਡੰਗਰ ਚਾਰਦਿਆਂ, ਤਾਰੀਆਂ ਲਾਉਂਦਿਆਂ ਉਹਨੇ ਲਾਗਲੇ ਪਿੰਡ ਦੇ ਹਾਈ ਸਕੂਲ ਸਾਈਕਲਾਂ ਦੇ ਝੋਲੇ ਲਟਕਾਈ ਮੁੰਡਿਆਂ ਨੂੰ ਪੜ੍ਹਨ ਜਾਂਦਿਆਂ ਤੱਕਿਆ ਸੀ ਤੇ ਚਾਹਿਆ ਸੀ ਕਿ ਕਦੀ ਉਹ ਵੀ ਹਾਈ ਸਕੂਲ 'ਚ ਪੜ੍ਹੇਗਾ। ਟਨ ਟਨ ਟੱਲੀ ਖੜਕਾਉਂਦਾ ਸਕੂਲ ਜਾਏਗਾ, ਫਿਰ ਸ਼ਹਿਰ ਪੜ੍ਹਨ ਤੇ ਫਿਰ ਵੱਡਾ ਅਫਸਰ ਬਣਨ। ਉਹਦੇ ਪਿਓ ਨੇ ਉਹਨੂੰ ਪੜ੍ਹਨੇ ਪਾਇਆ ਵੀ ਤਾਂ ਸੀ। ਉਹਦਾ ਪਿਓ ਦੀਪਾ ਤੇ ਉਹਦਾ ਚਾਚਾ ਸੁੱਚਾ ਚਾਹੁੰਦੇ ਸਨ ਕਿ ਉਹ ਪੜ੍ਹ ਲਿਖ ਜਾਏ। ਉਹਨਾਂ ਕੋਲ ਇਹੋ ਹੀ ਤਾਂ ਘਰ ਦੀ ਰੌਣਕ ਸੀ। ਉਹਦਾ ਆਪਣੇ ਚਾਚੇ ਸੁੱਚੇ ਨਾਲ ਕਿੰਨਾ ਪਿਆਰ ਸੀ। ਉਹਨੇ ਆਪਣੇ ਆਪ ਨੂੰ ਖੇਤਾਂ ਵਿਚਲੇ ਅੰਬਾਂ ਦੀ ਛਾਵੇਂ ਬੈਠਿਆਂ ਤੇ ਸੁੱਚੇ ਨੂੰ ਅੰਬਾਂ ਤੋਂ ਪੱਕੇ ਅੰਬ ਉਸ ਲਈ ਤੋੜ ਕੇ ਸੁੱਟਦਿਆਂ ਤੇ ਕਾਵਾਂ ਨੂੰ ਹਾਕਰਾਂ ਮਾਰਦਿਆਂ ਵੇਖਿਆ। ਸੁੱਚੇ ਬਾਰੇ ਹੋਰ ਸੋਚਦਿਆਂ ਉਹਨੂੰ ਝੁੰਝਣੀ ਆਈ। ਕੜੀ ਵਰਗਾ ਜਵਾਨ, ਧਰਤੀ 'ਤੇ ਪੈਰ ਰੱਖੇ ਤਾਂ ਪਾਣੀ ਸਿਮਦਾ ਸੀ। ਕੱਕੀਆਂ ਮੁੱਛਾਂ, ਗੋਰੇ ਰੰਗ ਤੇ ਫੱਬ ਪੈਂਦੀਆਂ। ਕੌਡੀ ਵਿੱਚ ਨੇੜੇ ਤੇੜੇ ਦੇ ਪਿੰਡਾਂ ਵਿੱਚੋਂ ਉਹਨੂੰ ਕੋਈ ਹੱਥ ਨਹੀਂ ਸੀ ਪਾਉਂਦਾ। ਉਹਦੀਆਂ ਬਾਹਾਂ ਵਿੱਚ ਵੀ ਜ਼ੋਰ ਸੀ ਤੇ ਡਾਂਗ ਵਿੱਚ ਵੀ। ਮਾੜਾ ਮੋਟਾ ਉਸ ਅੱਗੇ ਕੁਸਕਦਾ ਨਹੀਂ ਸੀ। ਨਜਾਇਜ਼ ਉਹ ਕਿਸੇ 'ਤੇ ਕੌੜਦਾ ਨਹੀਂ ਸੀ। ਪਿੰਡ ਦਾ ਮਾਣ ਤੇ ਪਿੰਡ ਦੀ ਸ਼ਾਨ ਸੀ। ਸਾਰੇ ਲੋਕ ਉਹਨੂੰ ਪਿਆਰ ਕਰਦੇ ਸਨ। ਉਹਨਾਂ ਦੀ ਪੈਲੀ ਦੇ ਗਵਾਂਢੀ ਨੰਬਰਦਾਰਾਂ ਦੀ ਜ਼ਮੀਨ ਸੀ, ਚੋਖੀ ਜ਼ਮੀਨ ਵਾਲੇ ਮੁਰੱਬਿਆਂ ਵਾਲੇ। ਹੁਣ ਤਾਂ ਆਖਰਾਂ ਦਾ ਮਾਲ ਬਾਰਡਰ ਤੋਂ ਆਰ ਪਾਰ ਜਾਂਦਾ ਆਉਂਦਾ ਸੀ। ਦਿਨੋਂ ਦਿਨ ਪੈਸਾ ਛਾਲਾ ਮਾਰਦਾ ਪੈਸੇ ਨੂੰ ਖਿੱਚੀ ਜਾ ਰਿਹਾ ਸੀ। ਮਾੜੇ ਜੱਟਾਂ ਦੇ ਤੰਗ ਹੱਥ ਉਹਨਾਂ ਦੀ ਜ਼ਮੀਨ ਨੂੰ ਤੰਗ ਤੇ ਨੰਬਰਦਾਰਾਂ ਦੀ ਜ਼ਮੀਨ ਨੂੰ ਖੁੱਲ੍ਹਿਆਂ ਕਰਦੇ ਜਾਂਦੇ ਸਨ। ਉਹਨਾਂ ਦੇ ਪੈਸੇ ਦੀ ਲਪੇਟ ਵਿੱਚ ਬਚਨੇ ਹੋਰਾਂ ਦੀ ਕੁਝ ਜ਼ਮੀਨ ਵੀ ਆ ਗਈ ਸੀ। ਫਿਰ ਵੀ ਬਚਨੇ ਦਾ ਪਿਓ ਦੀਪਾ ਤੇ ਚਾਚਾ ਸੁੱਚਾ ਆਪਣੀ ਰਹਿੰਦੀ 5-6 ਕਿੱਲੇ ਭੋਇੰ 'ਚ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ। ਉਹਨਾਂ ਨੇ ਮੁੜਕੇ ਨਾਲ ਆਪਣੀ ਜ਼ਮੀਨ ਸਿੰਜੀ ਸੀ। ਬਚਨੇ ਨੂੰ ਚੇਤੇ ਸੀ ਕੱਲ੍ਹ ਵਾਂਗ। ਉਹਦੀਆਂ ਅੱਖਾਂ ਅੱਗੋਂ ਖੇਤਾਂ ਵਿੱਚ ਪਈ ਹੋਈ ਛੰਨ ਫਿਲਮ ਦੇ ਸੀਨ ਵਾਂਗ ਲੰਘ ਗਈ। ਇਹ ਛੰਨ ਉਹਨਾਂ ਨੇ ਮੀਂਹ ਕਣੀ ਤੋਂ ਬਚਣ ਦੇ ਵੇਲੇ ਕੁਵੇਲੇ ਰਹਿਣ ਲਈ ਬਣਾਈ ਸੀ। ਖੂਹ ਦੇ ਕੰਢੇ 'ਤੇ ਉੱਗੇ ਅੰਬਾਂ ਦੀ ਸੰਘਣੀ ਛਾਂ ਹੇਠਾਂ ਬੈਠ ਕੇ ਬਚਨੇ ਨੇ ਔਲੂ 'ਚੋਂ ਡਿੱਗਦਾ ਚਾਂਦੀ ਵਰਗਾ ਪਾਣੀ ਤੱਕਿਆ ਸੀ। ਅੰਬਾਂ ਦੇ ਬੂਰ ਦੀ ਮਹਿਕ ਸੂੰਘੀ ਸੀ। ਖੱਟੀਆਂ ਅੰਬੀਆਂ ਚੂਪੀਆਂ ਸਨ। ਅੰਬਾਂ 'ਤੇ ਕੂਕਦੀਆਂ ਕੋਇਲਾਂ ਸੁਣੀਆਂ ਸਨ। ਹਰ ਸਾਲ ਉਹਦੇ ਚਾਚੇ ਸੁੱਚੇ ਨੇ ਅੰਬਾਂ 'ਤੇ ਚੜ੍ਹ ਕੇ ਆਪਣੇ ਭਤੀਜੇ ਲਈ ਅੰਬ ਤੋੜੇ ਸਨ ਤੇ ਬਚਨੇ ਨੇ ਉਹ ਮਿੱਠੇ ਅੰਬ ਚੂਪੇ ਤੇ ਨਵੇਂ ਅੰਬਾਂ ਲਈ ਗਿਟਕਾਂ ਦੱਬੀਆਂ ਸਨ। ਇਹ ਅੰਬ ਸੁੱਚੇ ਨੇ ਨਿੱਕੇ ਹੁੰਦਿਆਂ ਆਪਣੇ ਹੱਥੀਂ ਲਾਏ ਸਨ। ਉਹਨਾਂ ਤੇ ਦੀਪੇ ਨੇ ਅੰਬਾਂ ਨੂੰ ਬੜੇ ਪਿਆਰ ਨਾਲ ਪਾਲਿਆ ਸੀ। ਇਹ ਅੰਬ ਦੋਵਾਂ ਭਰਾਵਾਂ ਨੂੰ ਬਚਨੇ ਤੇ ਆਪਣੀ ਜ਼ਮੀਨ ਵਾਂਗ ਹੀ ਪਿਆਰੇ ਲੱਗਦੇ ਸਨ।
ਬਚਨਾ ਪੰਜਵੀਂ 'ਚ ਪੜ੍ਹਦਾ ਸੀ ਜਦੋਂ ਇੱਕ ਦਿਨ ਉਹਦੇ ਪਿਓ ਨੂੰ ਨੰਬਰਦਾਰਾਂ ਦੇ ਵੱਡੇ ਮੁੰਡੇ ਨੇ ਗਹਿਣੇ ਪਈ ਜ਼ਮੀਨ ਦੇ ਪਾਣੀ ਤੋਂ ਭੈਣ ਦੀ ਗਾਲ ਦਿੱਤੀ ਸੀ। ਦੀਪਾ ਤਾਂ ਭਲਾ ਮਾਨਸ ਸੀ, ਚੁੱਪ ਰਿਹਾ ਤੇ ਕਹੀ ਮੋਢੇ 'ਤੇ ਧਰੀ ਵਾਪਸ ਘਰ ਆ ਗਿਆ। ਜਦੋਂ ਸੁੱਚੇ ਨੂੰ ਪਤਾ ਲੱਗਾ ਤਾਂ ਉਹਦੀ ਗੈਰਤ ਉਹਦੀਆਂ ਅੱਖਾਂ 'ਚ ਲਹੂ ਬਣ ਕੇ ਆ ਉਤਰੀ। ਉਹਨੇ ਦਾਰੂ ਦੀ ਘੁੱਟ ਪੀ ਕੇ ਰਾਤ ਨੂੰ ਨੰਬਰਦਾਰਾਂ ਦੀ ਹਵੇਲੀ ਅੱਗੇ ਜਾ ਬੱਕਰੇ ਬੁਲਾਏ। ਉਹ ਗਾਲਾਂ 'ਤੇ ਗਾਲਾਂ ਦਿੱਤੀ ਜਾ ਰਿਹਾ ਸੀ। ਹਨੇਰੀ ਰਾਤ 'ਚ ਸਾਰੀ ਹਵੇਲੀ ਚੁੱਪ ਵੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਨੰਬਰਦਾਰਾਂ ਦੇ ਸਾਰੇ ਜੀਅ ਮਰ ਗਏ ਹੋਣ। ਇੱਕ ਵਾਰ ਘਰ 'ਚ ਮਾੜੀ ਜਿਹੀ ਘੁਸਰ ਮੁਸਰ ਹੋਈ ਤੇ ਬਸ ਕੋਈ ਚੂੰ ਨਹੀਂ ਸੀ ਕਰ ਰਿਹਾ। ਸਿਰਫ ਉਹਨਾਂ ਦੀ ਹਵੇਲੀ ਦੇ ਬੂਹੇ ਅਗਲੇ ਪਿੱਪਲ ਦੇ ਪੱਤੇ ਚੱਲਦੀ ਹਵਾ 'ਚ ਖੜ-ਖੜ ਕਰਦੇ ਹੌਲੀ ਹੌਲੀ ਕਿਸੇ ਦੀਆਂ ਚੁਗਲੀਆਂ ਕਰਦੇ ਜਿਵੇਂ ਕੋਈ ਸਾਜ਼ਿਸ਼ ਕਰ ਰਹੇ ਸਨ। ਸੁੱਚਾ ਸ਼ਰਾਬੀ ਹਾਥੀ ਵਾਂਗ ਝੰਗਾੜ ਰਿਹਾ ਸੀ। ਉਹ ਪਹਿਲਾਂ ਆਪਦੀ ਕੁੜੀ ਸੰਭਾਲੋ, ਵੱਡੀਆਂ ਇੱਜ਼ਤਾਂ ਵਾਲਿਓ, ਘਰ ਦੇ ਚੂੜੇ ਨਾਲ ਰੋਜ਼ ਖੇ ਖਾਂਦੀ ਹੈ। ਸਾਡੀ ਭੈਣ ਨੂੰ ਗਾਲਾਂ ਦੇਣ ਵਾਲਿਓ, ਕੰਜਰੋ। ਸੁੱਚੇ ਨੇ ਸਾਰੇ ਪਿੰਡ ਦੇ ਬੁੱਲ੍ਹਾਂ 'ਤੇ ਪਹਿਲਾਂ ਹੀ ਨੱਚਦੀ ਗੱਲ ਕਾਲੀ ਰਾਤ 'ਚ ਘੋਲ ਕੇ ਪਿੰਡ ਦੇ ਸਿਰ ਉੱਤੋਂ ਦੀ ਗੁੰਜਾ ਦਿੱਤੀ। ਨਹਿਰ ਦੇ ਕੰਢੇ ਸਾਈਕਲ ਫੜੀ ਖੜੋਤੇ ਬਚਨੇ ਨੇ ਡਿੱਗਦੇ ਪਾਣੀ ਦੇ ਸ਼ੋਰ ਵਿੱਚ ਉਤਲੀ ਗੱਲ ਤੋਂ ਪਿੱਛੋਂ 6ਵੇਂ ਦਿਨ ਹੀ ਪਿੰਡ ਵਿੱਚ ਲੋਕਾਂ ਦੇ ਸ਼ੋਰ ਨੂੰ ਸੁਣਿਆ। ਨੰਬਰਦਾਰਾਂ ਦਾ ਚੂੜਾ ਕਮਾਦ 'ਚ ਮਰਿਆ ਪਿਆ ਮਿਲਿਆ ਸੀ ਤੇ ਪੁਲਿਸ ਸੁੱਚੇ ਨੂੰ ਤੇ ਉਹਦੇ ਭਰਾ ਨੂੰ ਹੱਥਕੜੀ ਲਾ ਕੇ ਲੈ ਗਈ ਸੀ। ਸਾਰਾ ਪਿੰਡ ਇਸ ਧੱਕੇ ਨਾਲ ਤਰਾਹ ਕਰ ਉੱਠਿਆ ਸੀ। ਸਾਰਾ ਪਿੰਡ ਜਾਣਦਾ ਸੀ ਕਿ ਚੂੜੇ ਨੂੰ ਨੰਬਰਦਾਰਾਂ ਨੇ ਖੁਦ ਮਰਵਾਇਆ ਸੀ, ਕਿਉਂਕਿ ਉਹਨਾਂ ਦੀ ਕੁੜੀ ਨਾਲ ਉਹਦੇ ਨਜਾਇਜ਼ ਸਬੰਧਾਂ ਦਾ ਸਾਰੇ ਇਲਾਕੇ 'ਚ ਚਰਚਾ ਚੱਲ ਚੁੱਕਾ ਸੀ। ਉਹਨਾਂ ਨੇ ਇੱਕੋ ਤੀਰ ਨਾਲ 2 ਸ਼ਿਕਾਰ ਫੁੰਡ ਲਏ ਸਨ। ਸੁੱਚੇ ਹੋਰਾਂ ਦੀ ਨਿਰਦੋਸ਼ਤਾ ਤੇ ਸਾਰੇ ਪਿੰਡ ਦੀਆਂ ਦੁਆਵਾਂ, ਤਰਸ ਤੇ ਹਮਦਰਦੀ ਉਹਨਾਂ ਦਾ ਕੁਝ ਨਾ ਸਵਾਰ ਸਕੇ। ਚਲਾਕੀ, ਸਿਫਾਰਿਸ਼ ਤੇ ਪੈਸਾ ਉਹਨਾਂ ਨੂੰ ਸੀਖਾਂ ਵਿੱਚ ਜਕੜ ਗਏ। ਉਹਨਾਂ ਦੇ ਫੜੇ ਜਾਣ ਤੋਂ 2 ਦਿਨ ਪਿੱਛੋਂ ਹੀ ਨੰਬਰਦਾਰ ਆਪ ਆਪਣੀ ਚਿੱਟੀ ਦਾੜੀ ਸੁਆਰਦਾ ਤੇ ਚਾਂਦੀ ਦੀ ਮੁੱਠ ਵਾਲੀ ਖੂੰਡੀ ਫੜੀ ਉਹਨਾਂ ਦੇ ਘਰ ਮੰਜੀ 'ਤੇ ਆਣ ਬੈਠਾ। ਹਰਨਾਮ ਕੁਰੇ ਮੁੰਡਿਆਂ ਦੇ ਫੜੇ ਜਾਣ ਵੱਲੋਂ ਬੜਾ ਮਾੜਾ ਹੋਇਆ। ਘਰ ਦਾ ਮੂੰਹ ਦੂਜੇ ਬੰਨੇ ਲੱਗਣ ਵਾਲੀ ਗੱਲ ਹੈ। ਲੋਕ ਕੰਜਰ ਐਵੇਂ ਤਰ੍ਹਾਂ ਦੀਆਂ ਅਵਾਈਆਂ ਉਡਾਉਂਦੇ ਨੇ, ਵਿੱਚ ਸਾਨੂੰ ਵੀ ਘਸੀਟਦੇ ਨੇ। ਭਲਾ ਸਾਡੀ ਕਿਤੇ ਤੁਹਾਡੇ ਨਾਲ ਕੋਈ ਦੁਸ਼ਮਣੀ ਸੀ? ਲਾਭ ਸੂ ਸਾਰੀ ਉਮਰ ਮੇਰੇ ਨਾਲ ਭਰਾਵਾਂ ਵਾਂਗ ਵਰਤਦਾ ਰਿਹਾ। ਤੈਨੂੰ ਕੋਈ ਭੁੱਲ ਹੈ? ਐਵੇਂ ਲੋਕਾਂ ਦੀਆਂ ਗੱਲਾਂ 'ਚ ਨਾ ਆ ਜਾਈਂ। ਸਾਨੂੰ ਤੇ ਵੇਖ ਲਾ, ਸੁੱਚਾ ਉਦਣ ਸਾਰੀ ਰਾਤ ਗਾਲਾਂ ਕੱਢਦਾ ਰਿਹਾ, ਪਰ ਮੈਂ ਮੁੰਡਿਆਂ ਨੂੰ ਕੂਣ ਤੱਕ ਨਹੀਂ ਦਿੱਤਾ। ਸਾਡੇ ਮਨ 'ਚ ਕੋਈ ਮੈਲ ਹੁੰਦੀ ਤਾਂ ਅੱਛਾ, ਰੱਬ ਭਲੀ ਕਰੂ, ਖਬਰੇ ਛੋਟੀ ਜਾਣ। ਤੇ ਉਹ ਬਚਨੇ ਦੀ ਦਾਦੀ ਨਾਲ ਗੱਲਾਂ ਕਰਦਾ ਨਿਰਾ ਰੱਬ ਦੀ ਮੂਰਤ ਲੱਗ ਰਿਹਾ ਸੀ ਤੇ ਜਾਂਦਾ ਜਾਂਦਾ ਖੜੋ ਗਿਆ। ਲੋੜ ਪੈਣ 'ਤੇ ਐਵੇਂ ਹੋਰਾਂ ਵੱਲ ਨਾ ਤੁਰੀ ਫਿਰੀ, ਅਸੀਂ ਤੇਰੇ ਆਪਣੇ ਆ। ਤੰਗੀ ਫੰਗੀ ਵੇਲੇ ਭੈਣ ਭਰਾ ਨੂੰ ਲੋੜ ਹੋਵੇ ਤਾਂ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ। ਫਿਰ ਅਪੀਲਾਂ ਤੇ ਮੁਕੱਦਮੇ ਤੇ ਲਾਉਣ ਲਈ ਸੁੱਚੇ ਹੋਰਾਂ ਨੂੰ ਦੱਸਣ ਤੋਂ ਬਿਨਾਂ ਹੀ ਬਚਨੇ ਦੀ ਦਾਦੀ ਨੇ ਹੌਲੀ ਹੌਲੀ 4 ਕਿੱਲੇ ਜ਼ਮੀਨ ਉਹਨਾਂ ਆਪਣਿਆਂ ਕੋਲ ਗਹਿਣੇ ਧਰ ਦਿੱਤੇ। ਪਰ ਸਮਾਂ ਉਹਨਾਂ ਦਾ ਆਪਣਾ ਨਾ ਬਣ ਸਕਿਆ। ਦੀਪੇ ਨੂੰ 5 ਸਾਲਾਂ ਦੀ ਕੈਦ ਹੋ ਗਈ ਸੀ ਤੇ ਸੁੱਚੇ ਨੂੰ ਫਾਂਸੀ ਦਾ ਹੁਕਮ। ਬਚਨੇ ਦੇ ਪੜ੍ਹਨ ਤੇ ਅਫਸਰ ਬਣਨ ਦੇ ਸਾਰੇ ਸੁਪਨੇ ਉਹਦੇ ਚਾਚੇ ਤੇ ਪਿਓ ਦੇ ਨਾਲ ਹੀ ਜੇਲ੍ਹ ਦੀਆਂ ਸੀਖਾਂ 'ਚ ਕੈਦ ਹੋ ਗਏ। ਉਸ ਨੂੰ ਪੜ੍ਹਨੋਂ ਉਠਾ ਲਿਆ ਗਿਆ। ਕੈਦ ਕੱਟ ਕੇ ਜਦੋਂ ਦੀਪਾ ਘਰ ਪਹੁੰਚਿਆ ਤਾਂ ਘਰ ਢਹਿ ਚੁੱਕਿਆ ਸੀ। ਚੁੱਲ੍ਹੇ ਵਿੱਚ ਘਾਹ ਉਗਾਈ ਸੀ। ਉਹਦੀ ਮਾਂ ਪੁੱਤਾਂ ਦੇ ਦੁੱਖ ਦੀ ਮਾਰੀ 2 ਸਾਲ ਹੋਏ ਇਸ ਜਹਾਨ ਛੱਡ ਗਈ ਸੀ। ਸੁੱਚਾ ਫਾਂਸੀ ਲੱਗ ਚੁੱਕਾ ਸੀ। ਜਦੋਂ ਖੇਤਾਂ ਵਿੱਚ ਗਿਆ ਤਾਂ ਉਹਨਾਂ ਦੀ ਜ਼ਮੀਨ ਵਿੱਚ ਨੰਬਰਦਾਰਾਂ ਦਾ ਟਰੈਕਟਰ ਵਗ ਰਿਹਾ ਸੀ। ਖੇਤਾਂ ਵਿਚਲੀ ਛੰਨ ਢਹਿ ਢੇਰੀ ਹੋ ਚੁੱਕੀ ਸੀ ਤੇ ਉਹਦਾ ਕਿਤੇ ਨਾਂ ਨਿਸ਼ਾਨ ਤੱਕ ਨਹੀਂ ਸੀ। ਖੂਹ ਉੱਪਰਲੇ ਅੰਬਾਂ ਦੇ ਕੱਟੇ ਹੋਏ ਮੁੱਢ ਸੁੱਚੇ ਦੇ ਨਾਲ ਹੀ ਤੁਰ ਗਈ ਅੰਬਾਂ ਦੀ ਛਾਂ ਦੀ ਗਵਾਹੀ ਦਿੰਦੇ ਸਨ। ਉਹਦੇ ਕਲੇਜੇ 'ਚ ਚੀਰ ਪੈ ਗਿਆ। ਉਹ ਧਰਤੀ ਦੀ ਮਿੱਟੀ ਸੀਨੇ ਨਾਲ ਘੁੱਟ ਕੇ ਫੁੱਟ ਕੇ ਰੋ ਪਿਆ। ਬਚਨੇ ਦੇ ਮਾਮਿਆਂ ਦੀ ਮਦਦ ਨਾਲ ਉਹਨੇ ਇੱਕ ਕੱਚਾ ਕੋਠਾ ਛੱਤ ਕੇ ਬਚਨੇ ਹੋਰਾਂ ਨੂੰ ਪਿੰਡ ਲੈ ਆਂਦਾ। ਮਾੜੇ ਜਿਹੇ ਸੰਡੇ ਲੈ ਕੇ 1-2 ਬੱਚੇ ਕਿੱਲਿਆਂ ਤੇ ਕੁਝ ਹਿੱਸੇ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਸ਼ੁਰੂ ਕੀਤੀ। ਬਚਨਾ ਵੀ ਹੁਣ ਗੱਭਰੂ ਹੋ ਗਿਆ ਸੀ, 15-16 ਸਾਲਾਂ ਦਾ। ਜਦੋਂ ਬਚਨੇ ਦਾ ਪਿਓ ਲਾਗਲੀਆਂ ਪੈਲੀਆਂ 'ਚ ਹਲ ਵਾਹੁੰਦਾ, ਨੰਬਰਦਾਰਾਂ ਕੋਲ ਗਹਿਣੇ ਪਈ ਜ਼ਮੀਨ 'ਚ ਕੱਟੇ ਹੋਏ ਆਪਣੇ ਅੰਬਾਂ ਦੇ ਮੁੱਢ ਵੇਖਦਾ ਤਾਂ ਉਹਦੇ ਕਾਲਜੇ 'ਚ ਰੁੱਗ ਭਰਿਆ ਜਾਂਦਾ। ਉਹ ਅਕਸਰ ਇਕੱਲ ਵਿੱਚ ਜਾਂ ਹਲਦੀ ਜੰਗੀ ਫੜੀ ਤੁਰੇ ਜਾਂਦਿਆਂ ਆਪੇ ਹੀ ਜੋੜੀਆਂ ਤੁਕਾਂ ਪਹਿਲਾਂ ਦਰਦ ਭਰੀ ਲੈ ਵਿੱਚ ਗੁਣਗੁਣਾਉਂਦਾ,
ਤੇ ਫਿਰ ਉੱਚੀ ਗਾਉਣ ਲੱਗ ਪੈਂਦਾ। ਉਹਦੀ ਆਵਾਜ਼ 'ਚ ਅੰਤਾਂ ਦਾ ਦਰਦ ਤੇ ਸੋਜ਼ ਹੁੰਦਾ। ਕਿੱਥੇ ਗਿਆ ਤੇਰਾ ਸੁੱਚਾ ਵੀਰ, ਕਿੱਥੇ ਗਈ ਤੇਰੀ ਮਾਂ, ਕਿੱਥੇ ਗਏ ਤੇਰੇ ਛੰਨਾਂ ਦੇ ਢਾਰੇ, ਕਿੱਥੇ ਗਈ ਅੰਬ ਦੀ ਛਾਂ, ਉਹ ਵੀਰਾ ਮੇਰਿਆ, ਉਹ ਵੀਰਾ ਮੇਰਿਆ। ਗਾਉਂਦਿਆਂ ਗਾਉਂਦਿਆਂ ਉਹਦੀਆਂ ਅੱਖਾਂ ਵਿੱਚੋਂ ਅੱਥਰੂ ਘੇਰ ਆਉਂਦੇ। ਜਦੋਂ ਬਚਨਾ ਉਹਨੂੰ ਇੰਝ ਗਾਉਂਦਿਆਂ ਸੁਣਦਾ ਤਾਂ ਉਸ ਤੋਂ ਵੀ ਆਪਣੇ ਅੱਥਰੂ ਡੱਕੇ ਨਾ ਰਹਿੰਦੇ। ਉਹਦਾ ਪਿਓ ਆਪਣੀਆਂ ਅੱਖਾਂ ਪੂੰਝਦਾ ਉਹਨੂੰ ਹੌਸਲਾ ਦੇਣ ਲੱਗ ਜਾਂਦਾ। ਕਮਲਾ ਨਾ ਹੋਵੇ ਤੇ ਚੁੱਪ ਕਰ, ਰੋਇਆਂ ਕਿਤੇ ਰੱਬ ਰੀਝਦਾ। ਬਸ ਆਪਾਂ ਛੇਤੀ ਬਲਦਾਂ ਦੀ ਇੱਕ ਵਧੀਆ ਜੋੜੀ ਲਵਾਂਗੇ ਤੇਰੇ ਵਾਹੁਣ ਲਈ, ਜਿਹੜੇ ਛਾਂਟ ਨਾ ਝੱਲਣਗੇ। ਕੰਮ ਕਰਾਂਗੇ, ਜ਼ਮੀਨ ਆਪੇ ਛੁੱਟ ਜੂ। ਕਮਲਿਆ, ਰੋਣਾ ਕੋਈ ਮਰਦਾਂ ਦਾ ਕੰਮ ਥੋੜ੍ਹਾ। ਉਹਨੂੰ ਘੜੀ ਪਹਿਲਾਂ ਆਪਣਾ ਰੋਣਾ ਭੁੱਲ ਜਾਂਦਾ। ਉਹ ਬਚਨੇ ਨੂੰ ਹੌਸਲਾ ਦੇ ਰਿਹਾ ਹੁੰਦਾ, ਪਰ ਉਸ ਨੂੰ ਜਦੋਂ ਵੀ ਇਹ ਕੱਲ੍ਹ ਮਿਲਦੀ ਅੱਥਰੂ ਕੇਰ ਕੇ ਭਿੱਜੇ ਗਲੇ ਨਾਲ ਗਾਉਂਦਾ ਰਹਿੰਦਾ, ਕਿੱਥੇ ਗਿਆ ਤੇਰਾ ਸੁੱਚਾ ਵੀਰ। ਤੇ ਫਿਰ ਕੁਝ ਸਾਲਾਂ ਬਾਅਦ ਉਹ ਵੀ ਸੁੱਚੇ ਕੋਲ ਹੀ ਤੁਰ ਗਿਆ। ਬਚਨੇ ਤੇ ਕਮਜ਼ੋਰ ਮਾਂ ਨੂੰ ਪਿੱਛੇ ਛੱਡ ਕੇ ਤੇ ਬਲਦਾਂ ਦੀ ਵੱਡੀ ਜੋੜੀ ਦੀ ਥਾਂ ਟੁੱਟੇ ਕੰਨਾਂ ਵਾਲੇ ਸੰਡੇ ਛੱਡ ਕੇ। ਇੰਨਾ ਸੀ ਕਿ ਜਿਉਂਦਿਆਂ ਜਿਉਂਦਿਆਂ ਕੁੜੀ ਦੇ ਹੱਥ ਪੀਲੇ ਕਰ ਗਿਆ ਸੀ। ਹੁਣ ਉਹਨਾਂ ਹੀ ਪੈਲੀਆਂ ਵਿੱਚ ਬਚਨਾ ਆਪਣੀ ਜਵਾਨੀ ਵਾਹੁਣ ਲੱਗ ਪਿਆ। ਮਿੱਟੀ ਨਾਲ ਮਿੱਟੀ ਹੁੰਦਾ ਗਿਆ। ਵੱਡੀਆਂ ਜ਼ਮੀਨਾਂ ਵਾਲਿਆਂ ਦੇ ਟਰੈਕਟਰ ਚੱਲ ਰਹੇ ਸਨ, ਬੰਬੀਆਂ ਲੱਗ ਗਈਆਂ ਸਨ। ਉਹਨਾਂ ਦਾ ਹਰਾ ਇਨਕਲਾਬ ਆ ਗਿਆ ਸੀ, ਪਰ ਬਚਨੇ ਦੇ ਮੂੰਹ 'ਤੇ ਪੀਲਾ ਇਨਕਲਾਬ ਹੱਸਦਾ ਪਿਆ ਸੀ। ਉਹਨਾਂ ਦੀ ਜ਼ਮੀਨ ਦੇ ਦੂਜੇ ਪਾਸੇ ਸੂਬੇਦਾਰ ਕਿਸ਼ਨ ਸਿੰਘ ਦੀ ਜ਼ਮੀਨ ਸੀ। ਉਹਨਾਂ ਨੇ ਬਚਨੇ ਨੂੰ ਆਪਣੀ ਬੰਬੀ 'ਚ ਤੀਜੇ ਹਿੱਸੇ 'ਚ ਰਲਾਉਣਾ ਮੰਨ ਲਿਆ ਸੀ ਤੇ ਨਾਲ ਰਾਖੀ ਕਰਨੀ ਵੀ। ਉਹਨਾਂ ਦੇ ਦੂਜੇ ਖੇਤ ਸਨ ਤੇ ਦੂਜੀ ਬੰਬੀ। ਉਹਨਾਂ ਨੂੰ ਵੀ ਸੁੱਖ ਸੀ ਤੇ ਬਚਨੇ ਨੇ ਵੀ ਸੋਚਿਆ, ਅੱਜ ਕੱਲ੍ਹ ਵਾਹੀ ਖਾਦ ਤੇ ਪਾਣੀ ਦੀ ਉਂਝ ਕੁਝ ਨਹੀਂ। ਉਸ ਇਸੇ ਲਈ ਆਸ ਨਾਲ ਰਹਿੰਦੇ 3 ਕਿੱਲਿਆਂ 'ਚੋਂ 1 ਕਿੱਲਾ ਸੂਬੇਦਾਰ ਕੋਲ ਹੀ ਹੋਰ ਗਹਿਣੇ ਪਾ ਕੇ ਬੰਬੀ ਵਿੱਚ ਹਿੱਸਾ ਪਾ ਲਿਆ ਸੀ। ਉਸ ਸੋਚਿਆ ਸੀ 2 ਫਸਲਾਂ ਚੰਗੀ ਤਰ੍ਹਾਂ ਵਾਹ ਸਵਾਰ ਕੇ ਖਾਦ ਪਾ ਕੇ ਲੱਗੀਆਂ ਤਾਂ ਸਾਰੇ ਕੰਮ ਸੌਰ ਜਾਣਗੇ, ਪਰ ਉਹਦਾ ਇਹ ਸੁਪਨਾ ਵੀ ਸੁਪਨਾ ਹੀ ਰਿਹਾ। 1 ਸਾਲ ਵਿੱਚ ਹੀ ਬਿਜਲੀ ਘੱਟ ਆਉਣ ਕਰਕੇ ਤੇ ਅਣਗਹਿਲੀ ਹੋ ਜਾਣ 'ਤੇ 2 ਵਾਰ ਮੋਟਰ ਦੇ ਤੇ ਸਟਾਰਟਰ ਸੜ ਗਏ ਸਨ। ਫਿਰ ਖਾਦਾਂ ਤੇ ਬੀਜਾਂ ਦਾ ਖਰਚਾ। ਜ਼ਮੀਨ ਖਵਾਉਣ ਦੀ ਥਾਂ ਉਹਨੂੰ ਖਾਈ ਜਾ ਰਹੀ ਸੀ ਤੇ ਆਪ ਵੀ ਖਾਧੀ ਜਾ ਰਹੀ ਸੀ ਤੇ ਅੰਤ ਨੂੰ ਖਾਧੀ ਵੀ ਗਈ। ਕੁਝ ਦਿਨ ਤੇ ਸੂਬੇਦਾਰ ਦੀ ਵੱਡੀ ਨੂੰਹ ਬਚਨੇ ਦੀ ਮਾਂ ਨੂੰ ਗਲੀ 'ਚ ਮਿਲੀ ਤਾਂ ਉਹਨੂੰ ਕਹਿਣ ਲੱਗੀ, ਮਾਂ ਜੀ, ਮੈਂ ਤੁਹਾਡੇ ਘਰ ਦੀ ਹਾਲਤ ਜਾਣਦੀ ਹਾਂ। ਬਚਨੇ ਨੂੰ ਕੋਈ ਕੰਮ ਨਹੀਂ ਹੁੰਦਾ ਤਾਂ ਆ ਜਾਇਆ ਕਰੇ। ਮੈਂ ਸਰਦਾਰ ਹੋਰਾਂ ਨੂੰ ਆਖ ਦਿਆਂਗੀ, ਅੱਜ ਕੱਲ੍ਹ ਕਣਕ ਦੀ ਗੁੱਡੀ ਚੌਕੀ ਦੇ ਦਿਨ ਹੈ, ਬੰਦਿਆਂ ਦੀ ਲੋੜ ਰਹਿੰਦੀ ਹੈ। ਤੁਸੀਂ ਆਪਣੇ ਹੋਰਨਾਂ ਵੀ ਤਾਂ ਦਿਹਾੜੀ ਲੈਣੀ ਹੀ ਹੈ। ਬਚਨੇ ਦੀ ਮਾਂ ਨੂੰ ਅੰਦਰੋਂ ਅੰਦਰ ਬੜਾ ਵੱਟ ਚੜ੍ਹਿਆ। ਉਹ ਲੂਸ ਗਈ ਸੀ, ਪਰ ਬੋਲੀ ਕੁਝ ਨਾ ਤੇ ਮੂੰਹ ਵੱਟ ਕੇ ਚੁੱਪ ਚੁਪੀਤੀ ਕੋਲੋਂ ਦੀ ਲੰਘ ਆਈ। ਘਰ ਆ ਕੇ ਉਹਦੇ ਅੰਦਰਲਾ ਗੁੱਸਾ ਤੇ ਜੱਟ ਦੀ ਹੈਂਕੜ ਚੀਕ ਉੱਠੀ, ਹੈ ਹਾਂ ਵੇਖਾਂ, ਆ ਗਈ ਵੱਡੀ ਦਾਤੀ, ਅਸੀਂ ਇਹਦੀਆਂ ਦਿਹਾੜੀਆਂ ਕਰੀਏ। ਫਿਰ ਉਹ ਸਿਰ ਸੁੱਟ ਕੇ ਮੱਥੇ 'ਤੇ ਹੱਥ ਧਰ ਕੇ ਬੈਠ ਗਈ, ਹਾਏ ਰੱਬਾ, ਸਾਡੇ ਕਰਮ, ਕਿਸਮਤੇ ਆਹ ਦਿਨ ਵੀ ਵੇਖਣੇ ਸਨ। ਕੁਝ ਦਿਨ ਬਚਨਾ ਵੀ ਇੰਝ ਸੋਚਦਾ ਰਿਹਾ ਸੀ। ਜ਼ਮੀਨ ਕੋਲ ਰਹਿ ਨਹੀਂ ਸੀ ਗਈ ਤੇ ਪਿੰਡ ਉਹ ਕਿਸੇ ਦੀ ਦਿਹਾੜੀ ਕਰੇ, ਉਹਦਾ ਅੰਦਰਲਾ ਇਹ ਮੰਨਿਆ ਨਹੀਂ ਸੀ ਤੇ ਅਗਲੇ ਦਿਨ ਉਹ ਕੰਮ ਦੀ ਤਲਾਸ਼ 'ਚ ਸ਼ਹਿਰ ਸੀ। ਉਹ ਕਿਸੇ ਕਾਰਖਾਨੇ ਵਿੱਚ ਕੰਮ ਦੀ ਤਲਾਸ਼ ਕਰਨਾ ਚਾਹੁੰਦਾ ਸੀ, ਪਰ ਕੋਈ ਕੰਮ ਨਾ ਮਿਲਣ 'ਤੇ ਦਿਹਾੜੀ ਮਜ਼ਦੂਰੀ ਕਰਦਾ ਆ ਰਿਹਾ ਸੀ। ਪਤਾ ਨਹੀਂ ਉਹ ਹੋਰ ਕਿੰਨਾ ਚਿਰ ਨਹਿਰ ਦੇ ਪੁਲ 'ਤੇ ਸਾਈਕਲ ਫੜੀ ਨਹਿਰ ਦੇ ਪਾਣੀ ਦੇ ਨਾਲ ਨਾਲ ਵਹਿੰਦਾ ਰਹਿੰਦਾ ਕਿ ਪਿੱਛੋਂ ਸ਼ਹਿਰ ਜਾਣ ਵਾਲੇ ਉਹਦੇ ਕਿਸੇ ਜਾਣੂ ਨੇ ਉਹਨੂੰ ਚੇਤਨ ਕੀਤਾ, ਬਚਨ ਸਿਆਂ, ਸਗੋਂ ਸਾਈਕਲ ਨਵਾਂ ਲਿਆ, ਆਹ ਚੰਗਾ ਕੀਤਾ ਈ। ਅੱਗੇ ਤੇ ਪਿੰਡ ਹੀ ਜਾਨ ਖਿੱਚ ਲੈਂਦਾ ਸੀ ਕੁੜੀ ਦੇਣਾ। ਬਚਨੇ ਨੇ ਵੀ ਉਹਦੇ ਨਾਲ ਹੀ ਸਾਈਕਲ ਨੂੰ ਰੋੜ ਲਿਆ। ਉਹਨੂੰ ਲੱਗਾ ਜਾਣ ਵਾਲੇ ਨੇ ਉਹਦੇ ਦਿਲ ਦੀ ਕਹੀ ਹੈ। ਉਹ ਬੜੇ ਚਾਅ ਨਾਲ ਬੱਚਿਆਂ ਵਾਂਗ ਧੌਣ ਕਢਾਈ ਸਾਈਕਲ ਚਲਾਈ ਜਾ ਰਿਹਾ ਸੀ, ਜਿਵੇਂ ਮਹਾਰਾਜਾ ਹਾਥੀ ਦੀ ਸਵਾਰੀ ਕਰ ਰਿਹਾ ਹੋਵੇ। ਕਿਵੇਂ ਚੱਲਦਾ ਫਿਰ? ਨਾਲ ਦੇ ਨੇ ਪੁੱਛਿਆ। ਬਸ ਪੁੱਛੋ ਕੁਛ ਨਾ, ਰੈਲਾ ਹੀ ਰੈਲਾ, ਮੌਜ ਬਣ ਗਈ ਭਾਜੀ। ਹੁਣ ਤਾਂ ਖੁੱਚਾਂ ਰਹਿ ਗਈਆਂ ਸੀ ਪੈਂਡਾਂ ਕਰਦਿਆਂ। ਹੁਣ ਇਹ ਤਾਂ ਫਿਕਰ ਹੀ ਨਹੀਂ ਨਾ, ਹੈ ਵੀ ਨਵੇਂ ਵਰਗਾ। ਉਹ ਮਨ ਹੀ ਮਨ ਸੋਚਦਾ ਜਾ ਰਿਹਾ ਸੀ ਕਿ ਅੱਜ ਸਾਈਕਲ ਨੂੰ ਤੇਲ ਦੇਣ ਵਾਲੀ ਕੁੱਪੀ ਵੀ ਸ਼ਹਿਰੋਂ ਲੈ ਲੈਣੀ ਹੈ। ਉਂਝ ਤਾਂ ਸਾਈਕਲ ਦਾ ਨਾਸ ਮਾਰਿਆ ਜਾਂਦਾ।
ਹੌਲੀ ਹੌਲੀ ਫੂਕ ਭਰਨ ਲਈ ਇੱਕ ਪੰਪ 'ਤੇ ਪੈਂਚਰ ਲਾਉਣ ਦਾ ਸਮਾਨ ਲੈਣ ਬਾਰੇ ਗਿਣਤੀਆਂ ਗਿਣਦਾ ਗਿਆ। ਉਹਨੂੰ ਜ਼ਿੰਦਗੀ ਦੇ ਸਾਰੇ ਦੁੱਖ ਇਸ ਪਲ ਭੁੱਲ ਗਏ ਲੱਗਦੇ ਸਨ। ਸਾਈਕਲ ਕੀ, ਉਹਨੂੰ ਜਹਾਨ ਮਿਲ ਗਿਆ ਲੱਗਦਾ ਸੀ। ਇਹੋ ਪੈਂਡਾ ਜਦੋਂ ਕਦਮਾਂ ਨਾਲ ਮਿਣਦਾ ਸੀ ਤਾਂ ਮੁੱਕਣ ਵਿੱਚ ਨਹੀਂ ਸੀ ਆਉਂਦਾ। ਹੁਣ ਸਾਈਕਲ ਸੀ ਕਿ ਪੈਡਲ ਮਾਰਿਆਂ ਸੜਕ ਦੀ ਹਿੱਕ 'ਤੇ ਪਾਣੀ ਵਾਂਗ ਤੁਰਦਾ ਜਾ ਰਿਹਾ ਸੀ। ਸ਼ਹਿਰ ਆ ਗਿਆ ਸੀ। ਚਿਮਨੀਆਂ ਵਿੱਚੋਂ ਨਿਕਲਦੇ ਧੂੰਏਂ ਨਾਲ ਆਕਾਸ਼ ਵਿੱਚ ਸਵੇਰ ਤੋਂ ਗੁਬਾਰ ਭਰਦਾ ਜਾ ਰਿਹਾ ਸੀ। ਸ਼ਹਿਰੋਂ ਬਾਹਰ ਸੜਕ ਦੇ ਕਿਨਾਰੇ ਸਾਰੇ ਸ਼ਹਿਰ ਦੇ ਗੰਦ ਕੋਲੋਂ ਰੋਜ਼ ਉਹ ਕੱਪੜਾ ਆਪਣੇ ਨੱਕ ਅੱਗੇ ਲੈ ਕੇ ਲੰਘਦਾ ਸੀ, ਪਰ ਅੱਜ ਉਹਨੂੰ ਇਹਦਾ ਖਿਆਲ ਵੀ ਨਹੀਂ ਆਇਆ, ਜਾਂ ਖਬਰੇ ਉਹਨੂੰ ਬੋ ਹੀ ਨਹੀਂ ਆਈ ਸੀ। ਸ਼ਹਿਰ ਵਿੱਚ ਭੀੜ ਤੇ ਮੋਟਰ ਕਾਰਾਂ ਤੋਂ ਬਚਦਾ ਬਚਾਉਂਦਾ ਉਹ ਚਾਹ ਦੀ ਉਸ ਨਿਵੇਕਲੀ ਦੁਕਾਨ 'ਤੇ ਪਹੁੰਚ ਗਿਆ, ਜਿੱਥੇ ਉਹ ਤੇ ਸ਼ਿੰਗਾਰੀ ਕਈ ਵਾਰ ਵਿਹਲਾ ਮੌਕਾ ਵੇਖ ਕੇ ਚਾਹ ਪੀਂਦੇ ਤੇ ਗੱਪ-ਸ਼ੱਪ ਚਲਾਇਆ ਕਰਦੇ ਸਨ। ਉਹਨੇ ਉੱਥੇ ਪਹੁੰਚ ਕੇ ਸਾਈਕਲ ਖੜਾ ਕੀਤਾ ਤੇ ਸ਼ਿੰਗਾਰੀ ਨੂੰ ਉਡੀਕਣ ਲੱਗਾ, ਪਰ ਉਹ ਤਾਂ ਖਬਰੇ ਫੇਰਾ ਲਾਉਣ ਗਿਆ ਸੀ। ਉਸ ਮੁੰਡੇ ਨੂੰ ਚਾਹ ਦਾ ਕੱਪ ਬਣਾਉਣ ਲਈ ਕਿਹਾ ਤੇ ਆਪ ਦੁਕਾਨੋਂ ਬਾਹਰ ਪਏ ਬੈਂਚ 'ਤੇ ਨਿੱਠ ਕੇ ਬੈਠ ਗਿਆ, ਪਰ ਉਹਨੂੰ ਚਾਹ ਦੀ ਕੋਈ ਤਲਬ ਮਹਿਸੂਸ ਨਹੀਂ ਸੀ ਹੋ ਰਹੀ। ਚਾਹ ਦਾ ਕੱਪ ਵੀ ਉਸ ਅੱਧ-ਪਚੱਧਾ ਪੀਤਾ ਤੇ ਬਾਕੀ ਅਮੀਰਾਂ ਵਾਂਗ ਵਿੱਚੇ ਛੱਡ ਕੇ ਉੱਠ ਖਲੋਤਾ। ਉਹ ਅੱਜ ਆਪਣੇ ਆਪ ਨੂੰ ਰੱਜਿਆ ਮਹਿਸੂਸ ਕਰ ਰਿਹਾ ਸੀ। ਉਹਨੇ ਲਾਲ ਕਾਠੀ ਵਾਲੇ ਸਾਈਕਲ ਨੂੰ ਫੇਰ ਨਜ਼ਰ ਭਰ ਕੇ ਤੱਕਿਆ। ਉਹਦੇ ਕੋਲ ਹੀ ਕੋਈ ਹੋਰ ਸਾਈਕਲ ਖੜੋਤਾ ਸੀ, ਪਰ ਉਹਨੂੰ ਆਪਣਾ ਸਾਈਕਲ ਦੂਜੇ ਸਾਈਕਲ ਨਾਲੋਂ ਵਧੀਆ ਲੱਗਾ। ਫਿਰ ਵੀ ਰਾਹ 'ਚ ਆਉਂਦਿਆਂ ਚੱਕਿਆਂ ਤੇ ਮਡਗਾਰਡਾਂ 'ਤੇ ਥੋੜ੍ਹੀ ਧੂੜ ਪੈ ਗਈ ਸੀ। ਉਹਨੇ ਮੋਢੇ ਉਤਲੇ ਪਰਨੇ ਨਾਲ ਸਾਈਕਲ ਨੂੰ ਇੱਕ ਵਾਰ ਫੇਰ ਸਾਫ਼ ਕਰਨਾ ਸ਼ੁਰੂ ਕੀਤਾ, ਜਿਵੇਂ ਉਹਦਾ ਦਾਦਾ ਘੋੜੀ ਨੂੰ ਖਰਖਰਾ ਫੇਰਦਾ ਹੁੰਦਾ ਸੀ। ਉਹਨੇ ਪਰਨਾ ਝਾੜ ਕੇ ਅਜੇ ਮੋਢੇ 'ਤੇ ਰੱਖਿਆ ਹੀ ਸੀ ਕਿ ਉਹਦੇ ਮੋਢੇ 'ਤੇ ਕਿਸੇ ਦਾ ਹੱਥ ਆ ਗਿਆ। ਕੋਈ ਆਦਮੀ ਖੜਾ ਸੀ, ਸੋਨੇ ਦੇ ਦੰਦ ਤੇ ਕਤਰੀਆਂ ਮੁੱਛਾਂ ਵਾਲਾ। ਭਾਊ, ਜ਼ਰਾ ਇੱਥੋਂ ਥੋੜ੍ਹਾ ਜਿਹਾ ਭਾਰ ਲਿਆਉਣਾ ਇੱਥੇ। ਰਤਾ, ਮੇਰੇ ਨਾਲ ਚੱਲ। ਕਿੰਨੀ ਕੁ ਦੂਰ ਹੈ? ਬਸ ਉਹ 10-20 ਦੁਕਾਨਾਂ ਜਾ ਕੇ ਮੁੜ ਕੇ ਦੂਜੀ ਗਲੀ 'ਚ। ਬਹੁਤਾ ਚਿਰ ਨਹੀਂ ਲੱਗਦਾ, ਬਸ ਸਿਰਫ 10-15 ਮਿੰਟ ਹੀ। ਬਚਨੇ ਨੇ ਉਸ ਨਾਲ ਪੈਸਿਆਂ ਦੀ ਗੱਲ ਟੁੱਕੀ। ਫਿਰ ਚਾਹ ਵਾਲੇ ਮੁੰਡੇ ਨੂੰ ਸਾਈਕਲ ਦਾ ਧਿਆਨ ਰੱਖਣ ਲਈ ਕਿਹਾ ਤੇ ਨਾਲ ਹੀ ਸ਼ਿੰਗਾਰੀ ਦੇ ਆ ਜਾਣ 'ਤੇ ਉਹਨੂੰ ਉਸੇ ਦੁਕਾਨ 'ਤੇ ਖੜ੍ਹਾਉਣ ਦੀ ਤਾਕੀਦ ਕਰਕੇ ਉਸ ਆਦਮੀ ਨਾਲ ਤੁਰ ਗਿਆ। 30-40 ਦੁਕਾਨਾਂ ਲੰਘ ਕੇ ਮੁੜ ਕੇ ਇੱਕ ਗਲੀ ਵਿਚਕਾਰ ਅਗਾਂਹ ਜਾ ਕੇ ਉਹ ਆਦਮੀ ਤਾਲਾ ਲੱਗੇ ਇੱਕ ਘਰ ਦੇ ਸਾਹਮਣੇ ਖੜੋ ਗਿਆ ਤੇ ਫਿਰ ਜਿਵੇਂ ਕਿਸੇ ਨੂੰ ਅਚਾਨਕ ਕੁਝ ਚੇਤਾ ਆ ਗਿਆ ਹੋਵੇ, ਓਹੋ, ਚਾਬੀ ਦਾ ਚੇਤਾ ਹੀ ਭੁੱਲ ਗਿਆ। ਆਹ ਦੂਜੀ ਗਲੀ ਵਿੱਚ ਆਪਣੇ ਰਿਸ਼ਤੇਦਾਰ ਰਹਿੰਦੇ ਆ, ਉੱਧਰ ਫੜਾਈ ਹੈ। ਤੂੰ 2 ਮਿੰਟ ਇੱਥੇ ਥੜੇ 'ਤੇ ਬੈਠ, ਮੈਂ ਮਿੰਟ 'ਚ ਆਇਆ। ਉਹਨੇ ਚੁਟਕੀ ਮਾਰੀ। ਉਹ ਕਾਹਲੀ ਕਾਹਲੀ ਤੁਰ ਗਿਆ। ਬਚਨਾ ਉਹ ਤੋਂ ਲੈਣ ਵਾਲੇ 2 ਰੁਪਇਆਂ ਬਾਰੇ ਸ਼ੇਖ ਚਿੱਲੀ ਵਾਂਗ ਸੋਚ ਰਿਹਾ ਸੀ। ਇਹਨਾਂ ਪੈਸਿਆਂ ਦਾ ਉਹ ਪੈਂਚਰ ਲਾਉਣ ਦਾ ਸਮਾਨ ਲਵੇ, ਤੇਲ ਵਾਲੀ ਕੁੱਪੀ ਜਾਂ ਮਾਂ ਦੀਆਂ ਅੱਖਾਂ ਲਈ ਦਾਰੂ। ਹੁਣ ਸਾਈਕਲ ਕਰਕੇ ਉਹਨੂੰ ਥਕਾਵਟ ਵੀ ਘੱਟ ਹੋਇਆ ਕਰੇਗੀ, ਪੈਸੇ ਵੀ ਸ਼ਾਇਦ ਜ਼ਿਆਦਾ ਬਣ ਜਾਇਆ ਕਰਨਗੇ। 2 ਮਿੰਟ, 5 ਮਿੰਟ, 10 ਮਿੰਟ, ਜਾਣ ਵਾਲਾ ਤਾਂ ਵਾਪਸ ਹੀ ਨਹੀਂ ਆਇਆ। ਬੜੀ ਦੇਰ ਲਾ ਦਿੱਤੀ। ਖਬਰੇ ਚਾਹ ਪਾਣੀ ਪੀਣ ਬੈਠ ਗਿਆ ਹੋਵੇ, ਰਿਸ਼ਤੇਦਾਰਾਂ ਵੱਲ ਜੋ ਗਿਆ ਹੋਇਆ। ਚੰਗਾ, ਚਾਬੀ ਲੈਣ ਗਿਆ, ਮੁੜ ਬੌੜਿਆ ਹੀ ਨਹੀਂ। ਆਪ ਹੀ ਨਾ ਪਤਾ ਕਰਾਂ। ਹਾਰ ਕੇ ਉਹ ਆਪ ਉੱਠਿਆ ਤੇ ਦੂਜੀ ਗਲੀ 'ਚ ਹੇਠਾਂ ਉੱਤੇ 3 ਚੱਕਰ ਮਾਰੇ, ਪਰ ਉਹਨੂੰ ਆਦਮੀ ਕਿਧਰੇ ਨਜ਼ਰ ਹੀ ਨਾ ਪਿਆ। ਕੰਜਰ ਦਾ ਪੁੱਤ ਪਤਾ ਨਹੀਂ ਕਿੱਥੇ ਮਰ ਗਿਆ, ਐਵੇਂ ਖਰਾਬ ਕੀਤਾ ਸੂ। ਤੇ ਉਹ ਆਪਣੇ ਮਨ 'ਚ ਉਹਨੂੰ ਗਾਲਾਂ ਕੱਢਦਾ ਵਾਪਸ ਦੁਕਾਨ ਵੱਲ ਤੁਰ ਪਿਆ। ਦੁਕਾਨ 'ਤੇ ਆ ਕੇ ਉਹਨੇ ਵੇਖਿਆ ਉੱਥੇ 2 ਸਾਈਕਲ ਖੜ੍ਹੇ ਸਨ, ਪਰ ਲਾਲ ਕਾਠੀ ਵਾਲਾ ਉਹਦਾ ਸਾਈਕਲ ਕਿਤੇ ਨਹੀਂ ਸੀ। ਉਹਨੇ ਘਬਰਾਏ ਹੋਏ ਨੇ ਕਾਹਲੀ ਨਾਲ ਦੁਕਾਨ ਵਾਲੇ ਮੁੰਡੇ ਨੂੰ ਪੁੱਛਿਆ ਤਾਂ ਉਹਨੇ ਜਵਾਬ ਦਿੱਤਾ ਕਿ ਜਿਹੜੇ ਆਦਮੀ ਨਾਲ ਬਚਨਾ ਹੁਣੇ ਗਿਆ ਸੀ, ਉਹੋ ਹੀ ਬਚਨੇ ਦਾ ਹਵਾਲਾ ਦੇ ਕੇ ਸਾਈਕਲ ਲੈ ਕੇ ਕਿੰਨੇ ਚਿਰ ਦਾ ਦੁਕਾਨ ਤੋਂ ਚਲਾ ਗਿਆ ਸੀ। ਬਚਨਾ ਠੰਬਰ ਕੇ ਪੱਥਰ ਬਣ ਕੇ ਰਹਿ ਗਿਆ। ਉਹਦੀ ਜਿਵੇਂ ਸੁਰਤ ਬੌਂਦਲ ਗਈ ਸੀ। ਉਹਨੂੰ ਸਮਝ ਨਹੀਂ ਆਈ ਕਿ ਕੀ ਕਰੇ। ਕਿੱਧਰ ਨੂੰ ਗਿਆ? ਉਹਨੇ ਹਰਫਲਿਆਂ ਵਾਂਗ ਪੁੱਛਿਆ ਤੇ ਜਿੱਧਰ ਮੁੰਡੇ ਨੇ ਇਸ਼ਾਰਾ ਕੀਤਾ ਉੱਧਰ ਹੀ ਪਾਗਲਾਂ ਵਾਂਗ ਦੌੜ ਉੱਠਿਆ। ਉਹ ਸਾਹੋ-ਸਾਹ ਹੋਇਆ ਪਿਆ ਸੀ, ਮੱਥਾ ਤਰੇਲੀਆਂ ਨਾਲ ਭਰਿਆ ਹੋਇਆ ਤੇ ਦਿਲ ਜ਼ੋਰ-ਜ਼ੋਰ ਦੀ ਧੜਕਦਾ ਹੋਇਆ। ਲੋਕ ਉਹਨੂੰ ਦੌੜਦੇ ਨੂੰ ਹੈਰਾਨੀ ਨਾਲ ਵੇਖ ਰਹੇ ਸਨ। 10-15 ਮਿੰਟਾਂ ਬਾਅਦ ਜਦੋਂ ਫਿਰ ਹਫਿਆ ਹੋਇਆ ਦੁਕਾਨ 'ਤੇ ਆਇਆ ਤਾਂ ਉੱਥੇ ਸ਼ਿੰਗਾਰੀ ਰਿਕਸ਼ਾ ਲਈ ਖੜੋਤਾ ਸੀ। ਉਹਨੂੰ ਦੁਕਾਨ ਵਾਲੇ ਤੋਂ ਸਭ ਕੁਝ ਪਤਾ ਲੱਗ ਗਿਆ ਸੀ। ਲੱਭਾ ਨਹੀਂ? ਕੌਣ ਸੀ ਉਹ? ਸ਼ਿੰਗਾਰੀ ਦੀਆਂ ਹਮਦਰਦੀ ਤੇ ਗੁੱਸੇ 'ਚ ਭੌਂ ਤਣੀਆਂ ਹੋਈਆਂ ਸਨ। ਬਚਨਾ ਡੌਰ ਭੌਰਾ ਹੋਇਆ ਉਸ ਵੱਲ ਦੇਖ ਰਿਹਾ ਸੀ। ਉਹਨੂੰ ਕੋਈ ਗੱਲ ਨਹੀਂ ਸੀ ਔੜ ਰਹੀ। ਉਹ ਸ਼ਿੰਗਾਰੀ ਨੂੰ ਕੋਈ ਜਵਾਬ ਦੇਣ ਦੀ ਥਾਂ ਸਿਰ ਫੜ ਕੇ ਬੈਠ ਗਿਆ। ਇੰਜ ਲੱਗਦਾ ਸੀ ਜਿਵੇਂ ਉਹਦੇ ਸਰੀਰ 'ਚ ਸਾਰਾ ਲਹੂ ਵੀਟਿਆ ਗਿਆ ਹੋਵੇ।
ਬੱਗਾ ਪੂਣੀ ਰੰਗ ਉਹਦੇ ਸਿਰ ਨੂੰ ਭੌਂ ਆ ਰਹੇ ਸਨ। ਉਹਨੂੰ ਲਾਗੇ ਇਕੱਠੀ ਹੋਈ ਲੋਕਾਂ ਦੀ ਭੀੜ ਤੇ ਰੌਲੇ ਵਿੱਚੋਂ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਤੇ ਉਹ ਬੇਸੁਰਤ ਹੋ ਕੇ ਧਰਤੀ ਤੇ ਢਹਿ ਪਿਆ। ਡਾਕਟਰ ਦੀ ਦੁਕਾਨ ਤੇ ਜਦੋਂ ਉਹਨੇ ਅੱਖਾਂ ਖੋਲ੍ਹੀਆਂ ਤਾਂ ਸ਼ਿੰਗਾਰੀ ਨੂੰ ਕੁਝ ਹੌਸਲਾ ਹੋਇਆ। ਹੌਸਲਾ ਕਰ, ਪਤਾ ਕਰਦੇ ਆਂ, ਇੰਜ ਕੀ ਬਣੂ ਢੇਰੀ ਢਾਇਆ, ਦਿਲ ਰੱਖ ਮੇਰਾ ਵੀਰ। ਪਰ ਬਚਨਾ ਤਾਂ ਗੁੰਮਸੁੰਮ ਸੀ ਤੇ ਡੌਰ ਭੌਰ। ਸ਼ਿੰਗਾਰੀ ਨੇ ਡਾਕਟਰ ਨੂੰ ਪੈਸੇ ਦੇ ਕੇ ਬਚਨੇ ਨੂੰ ਦੁਕਾਨ ਦੇ ਥੜੇ ਤੋਂ ਫੜ ਕੇ ਉਤਾਰਿਆ। ਕੁਝ ਚਿਰ ਬਚਨਾ ਹੌਲੀ ਹੌਲੀ ਉਸ ਨਾਲ ਤੁਰਿਆ, ਫਿਰ ਖੜੋ ਕੇ ਸ਼ਿੰਗਾਰੀ ਵੱਲ ਮੂੰਹ ਕਰਕੇ ਕਹਿਣ ਲੱਗਾ, ਜਾ ਤੈਨੂੰ ਵੇਖ ਲੂੰ ਵੱਡੇ ਨੰਬਰਦਾਰ ਨੂੰ। ਕੰਜਰ ਮੈਨੂੰ ਆਂਦਾ ਦਿਹਾੜੀਆਂ ਕਰ। ਮੈਂ ਸਾਨ ਜੱਟ, ਸੁੱਚੇ ਜੱਟ ਦਾ ਭਤੀਜਾ, ਮੈਂ ਕੋਈ ਕਮੀ ਆ ਓਏ? ਉਹ ਅਬਾ ਤਬਾ ਬੋਲੀ ਜਾ ਰਿਹਾ ਸੀ। ਪਰੇਸ਼ਾਨ ਹੋਏ ਸ਼ਿੰਗਾਰੀ ਨੂੰ ਵੀ ਕੁਝ ਨਹੀਂ ਸੀ ਸੁੱਝ ਰਿਹਾ। ਉਹਨੇ ਉਹਨੂੰ ਪਰਚਾ ਕੇ ਰਿਕਸ਼ੇ 'ਚ ਬਿਠਾ ਲਿਆ ਤੇ ਫਿਰ ਉਹਨੂੰ ਉਹਦੇ ਪਿੰਡ ਲੈ ਜਾਣਾ ਹੀ ਠੀਕ ਸਮਝਿਆ। ਬਚਨਾ ਰਿਕਸ਼ੇ 'ਚ ਬੈਠਾ ਬੋਲੀ ਜਾ ਰਿਹਾ ਸੀ, ਭਾਊ ਤੇਰਾ ਰਿਕਸ਼ਾ ਤਾਂ ਚੱਲਦਾ ਹੀ ਨਹੀਂ, ਕਿਤੇ ਮੇਰੀ ਘੋੜੀ ਵੇਖੇ। ਮਾਈ ਅੱਡੀ ਨਹੀਂ ਲਾਉਣ ਦਿੰਦੀ, ਵਾਹ ਨਾਲ ਗੱਲਾਂ ਕਰਦੀ। ਕੁਝ ਚਿਰ ਚੁੱਪ ਕੀਤਾ ਤੇ ਫਿਰ, ਮੈਂ ਤਾਂ ਬਾਪੂ ਨੂੰ ਬਥੇਰਾ ਆਖਿਆ ਵੀ ਇਹਦੀ ਕੰਜਰ ਦੀ ਅਲਖ ਮੁਕਾਈਏ, ਇਹਨੇ ਕਿਹੜੀ ਸਾਡੇ ਨਾਲ ਭਲੀ ਕੀਤੀ, ਸਾਰੀ ਜ਼ਮੀਨ ਖਾ ਗਿਆ। ਸ਼ਿੰਗਾਰੀ ਨੇ ਜਦੋਂ ਉਹਨੂੰ ਇਸ ਅਵਸਥਾ 'ਚ ਪਿੰਡ ਜਾ ਕੇ ਉਤਾਰਿਆ ਤਾਂ ਉਹਨੂੰ 5 ਪੱਠ ਬੁਖਾਰ ਚੜ੍ਹਿਆ ਹੋਇਆ ਸੀ। ਉਹ ਹੱਸੀ ਜਾ ਰਿਹਾ ਸੀ ਤੇ ਐਵੇਂ ਕਿਵੇਂ ਬੋਲੀ ਜਾ ਰਿਹਾ ਸੀ। ਆਸੇ ਪਾਸੇ ਦੇ ਘਰਾਂ ਦੇ ਲੋਕ ਇਕੱਠੇ ਹੋ ਗਏ ਸਨ। ਸਾਰੇ ਉਹਦੀ ਹਾਲਤ 'ਤੇ ਤਰਸ ਕਰ ਰਹੇ ਸਨ। ਮਾਂ ਵਿਚਾਰੀ ਰੋ ਰੋ ਕੇ ਫਾਵੀ ਹੋ ਰਹੀ ਸੀ। ਜਨਾਨੀਆਂ ਬਚਨੇ ਤੇ ਉਹਦੀ ਮਾਂ ਦੀ ਸਾਰੀ ਉਮਰ ਕੋਈ ਸੁੱਖ ਦੀ ਘੜੀ ਨਾ ਵੇਖਣ ਦੀ ਚਰਚਾ ਕਰ ਰਹੀਆਂ ਸਨ। ਵੀਰ ਦੀ ਹਾਲਤ ਸੁਣ ਕੇ ਬਚਨੇ ਦੀ ਭੈਣ ਭਣਵਈਆ ਵੀ 2-4 ਦਿਨ ਲਈ ਆਏ। ਉਹਨਾਂ ਵੀ ਸਰਦੀ ਬਣਦੀ ਜਿੰਨੀ ਹੋ ਸਕੀ ਮਦਦ ਦਿੱਤੀ। ਸ਼ਿੰਗਾਰੀ ਵੀ 2-3 ਵਾਰ ਆਇਆ ਸੀ ਤੇ 10-10 ਕਰਕੇ ਵਰਤਣ ਲਈ ਬਚਨੇ ਦੀ ਮਾਂ ਨੂੰ 30 ਰੁਪਏ ਦੇ ਗਿਆ ਸੀ। ਪਰ ਇੰਨੇ ਪੈਸੇ ਕਿਤੇ ਬੈਠੇ ਥੋੜ੍ਹਾ ਰਹਿਣੇ ਸਨ। ਭੈਣ ਵੀ ਫਿਰ ਆਉਣ ਦਾ ਵਾਅਦਾ ਕਰਕੇ ਚਲੀ ਗਈ ਸੀ। ਘਰ 'ਚੋਂ ਰਾਸ਼ਨ ਖਤਮ ਹੋ ਗਿਆ ਸੀ। ਮਾਂ ਵਿਚਾਰੀ ਦੀ ਜਾਨ ਕੁੜਿੱਕੀ 'ਚ ਫਸੀ ਹੋਈ ਸੀ। ਕਿਸੇ ਪਾਸਿਓਂ ਕੋਈ ਪੈਸੇ ਦੀ ਆਸ ਨਹੀਂ ਸੀ। ਬਚਨੇ ਦੀ ਦਿਮਾਗੀ ਹਾਲਤ 'ਚ ਕੋਈ ਬਹੁਤਾ ਫਰਕ ਨਹੀਂ ਸੀ ਪਿਆ। ਭਾਵੇਂ ਸ਼ਿੰਗਾਰੀ ਆ ਕੇ ਉਹਨੂੰ 2 ਵਾਰ ਨੇੜੇ ਦੇ ਹੈਲਥ ਸੈਂਟਰ 'ਚ ਵਿਖਾ ਵੀ ਲਿਆਇਆ ਸੀ। ਹਸਪਤਾਲ ਵਾਲਿਆਂ ਉਹਨੂੰ ਸ਼ਹਿਰ ਬਿਜਲੀਆਂ ਲਵਾਉਣ ਲਈ ਕਿਹਾ ਸੀ, ਪਰ ਘਰ ਤੱਕ ਖਾਣ ਨੂੰ ਅੱਜ ਆਟਾ ਵੀ ਮੁੱਕ ਚੁੱਕਾ ਸੀ। ਚਾਹ ਦੀ ਰਸਦ ਵੀ ਕੋਈ ਨਹੀਂ ਸੀ। ਕੱਲ੍ਹ ਪਰਸੋਂ ਦਾ ਬਚਨੇ ਦਾ ਬੁਖਾਰ ਕੁਝ ਟੁੱਟਾ ਸੀ। ਉਹ ਰੋਟੀ ਮੰਗ ਰਿਹਾ ਸੀ। ਮਾਂ ਉਹਨੂੰ ਬਾਹਰ ਧੁੱਪੇ ਮੰਜੀ 'ਤੇ ਬਿਠਾ ਕੇ ਆਪ ਸੂਬੇਦਾਰਾਂ ਦੇ ਘਰ ਆਟਾ ਉਧਾਰ ਲੈਣ ਲਈ ਤੁਰ ਪਈ। ਆਟਾ ਮਿਣਦੀ ਸੂਬੇਦਾਰਨੀ ਉਸ ਨਾਲ ਹਮਦਰਦੀ ਕਰ ਰਹੀ ਸੀ। ਸੂਬੇਦਾਰਨੀ ਨੇ ਆਟਾ ਥਾਲੀ 'ਚ ਪਾ ਕੇ ਉਹਨੂੰ ਫੜਾਇਆ ਤਾਂ ਉਹ ਉੱਥੇ ਹੀ ਖੜੋਤੀ ਰਹੀ। ਉਹ ਕਦੀ-ਕਦੀ ਚੋਰ ਰੱਖੀ ਰਸੋਈ 'ਚ ਕੰਮ ਕਰਦੀ ਸੂਬੇਦਾਰਨੀ ਦੀ ਵੱਡੀ ਨੂੰਹ ਵੱਲ ਵੇਖ ਰਹੀ ਸੀ। ਪੀਲੇ ਚਿਹਰੇ 'ਤੇ ਕੰਬਦੇ ਬੁੱਲ੍ਹ ਦੱਸ ਰਹੇ ਸਨ ਕਿ ਉਹ ਕੁਝ ਬੋਲਣਾ ਚਾਹੁੰਦੀ ਹੈ। ਸੂਬੇਦਾਰਨੀ ਨੇ ਪ੍ਰਸ਼ਨ ਸੂਚਕ ਨਿਗਾਹਾਂ ਨਾਲ ਉਸ ਵੱਲ ਵੇਖਿਆ। ਬਚਨੇ ਦੀ ਮਾਂ ਜਿਵੇਂ ਕੋਈ ਮਰਨ ਲਈ ਖੂਹ 'ਚ ਛਾਲ ਮਾਰ ਕੇ ਫਿਰ ਖੂਹ 'ਚੋਂ ਬੋਲ ਰਿਹਾ ਹੋਵੇ, ਭੈਣ ਜੀ 2 ਕੁ ਰੁਪਈਏ ਵੀ ਅੜੀਏ ਹਜ਼ਾਰ ਦੇ, ਘਰ 'ਚ ਕੱਖ ਨਹੀਂ ਰਹਿ ਗਿਆ। ਆਖੇ ਤਾਂ ਮੈਂ ਸਵੇਰੇ ਤਕਾਲੀ ਤੇਰੇ ਭਾਂਡੇ ਮਾਂਜਿਆ ਕਰੂੰ। ਸਹੁੰ ਰੱਬ ਦੀ ਤੇਰੇ ਦਿਲ ਜੋ ਆਵੇ ਸੋ ਦਿਆ ਕਰੀ। ਮੈਂ ਉਜਰ ਨਹੀਂ ਕਰਦੀ, ਮੈਂ ਮਰ ਜਾ। ਤੇ ਉਹਦੀਆਂ ਅੱਖਾਂ 'ਚ ਅੱਥਰੂ ਆ ਗਏ। ਮੈਲੀ ਚੁੰਨ ਨਾਲ ਅੱਥਰੂ ਪੂੰਝਦਿਆਂ ਉਹਨੇ ਮਹਿਸੂਸ ਕੀਤਾ ਜਿਵੇਂ ਉਹਦੇ ਸਿਰ ਤੋਂ ਬੜਾ ਵੱਡਾ ਭਾਰ ਲੈ ਗਿਆ ਹੋਵੇ। ਹੁਣ ਉਹ ਸ਼ਾਂਤ ਹੋਈ ਸੂਬੇਦਾਰਨੀ ਦਾ ਉੱਤਰ ਉਡੀਕ ਰਹੀ ਸੀ। ਹੁਣ ਉਹਨੂੰ ਸੂਬੇਦਾਰਨੀ ਦੀ ਨੂੰਹ ਵੱਲ ਚੋਰ ਅੱਖੀਂ ਵੇਖ ਕੇ ਘਬਰਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਸੀ ਹੋ ਰਹੀ। ਜਿਹੜੀ ਬਚਨੇ ਦੀ ਦਿਹਾੜੀ ਜਾਣ ਵਾਲੀ ਗੱਲ ਸੁਣ ਕੇ ਉਹ ਅੰਦਰੋਂ ਅੰਦਰ ਲੂਸ ਗਈ ਸੀ, ਅੱਜ ਤਰਸ ਭਰੀਆਂ ਨਜ਼ਰਾਂ ਨਾਲ ਰਸੋਈ ਵੱਲ ਵੇਖਣ ਲੱਗੀ। ਉਹ ਦਿਲੋਂ ਚਾਹ ਰਹੀ ਸੀ ਕਿ ਸੂਬੇਦਾਰਨੀ ਦੀ ਨੂੰਹ ਵੀ ਉਹਦੀ ਗੱਲ ਸੁਣੀ ਲਈ ਹੋਵੇ। ਭੈਣ ਜੀ ਸਰਦਾਰ ਹੋਰੀ ਆਉਣਗੇ ਤਾਂ ਗੱਲ ਕਰੂੰ। ਰੁਪਈਆ ਟੁੱਟਾ ਤਾਂ ਕੋਈ ਨਹੀਂ ਕੋਲ, ਤਰਕਾਲੀ ਆ ਜਾਈ। ਤੇ ਉਹ ਮੰਨ ਗਏ ਤਾਂ ਭਾਂਡੇ ਮਾਂਜ ਜਾਇਆ ਕਰੀ। ਛੋਟੀ ਨੂੰ ਵੀ ਪੜ੍ਹਾਉਣ ਜਾਣਾ ਪੈਂਦਾ ਤੇ ਵੱਡੀ ਤੋਂ ਵੀ ਘਰ ਦਾ ਸਾਰਾ ਕੰਮ ਨਹੀਂ ਹੁੰਦਾ। ਕਰਾਂਗੇ ਸਲਾਹ। ਜਦੋਂ ਸੂਬੇਦਾਰਨੀ ਦੇ ਘਰੋਂ ਨਿਕਲੀ ਤਾਂ ਉਹਦੇ ਪੈਰ ਪਹਿਲਾਂ ਨਾਲੋਂ ਹੌਲੀ-ਹੌਲੀ ਟਿਕ ਰਹੇ ਸਨ। ਆਉਂਦਿਆਂ ਉਸ ਵੇਖਿਆ ਬਚਨਾ ਗਲੀ 'ਚ ਰਾਮੂ ਦੋਧੀ ਦਾ ਸਾਈਕਲ ਰੋਕੀ ਖੜਾ ਸੀ ਤੇ ਕਹਿ ਰਿਹਾ ਸੀ, ਇਹ ਉਸ ਸਾਈਕਲ ਵਰਗਾ ਕਿੱਥੇ ਹੈ? ਧਰਮ ਨਾਲ ਉਹ ਬੜਾ ਹੌਲਾ ਸੀ, ਨਿਰਾ ਰੈਲਾ। ਰਾਮੂ ਦੀਆਂ ਅੱਖਾਂ ਵਿੱਚ ਵੀ ਤਰਸ ਸੀ। ਮਾਂ ਨੂੰ ਮੋਢੇ ਤੋਂ ਫੜ ਕੇ ਅੰਦਰ ਖੜਿਆ। ਉਸ ਦਿਨ ਤੋਂ ਪਿੱਛੋਂ ਜਦੋਂ ਵੀ ਕਿਤੇ ਬਾਹਰ ਕਿਸੇ ਨੂੰ ਸਾਈਕਲ 'ਤੇ ਜਾਂਦਾ ਵੇਖਦਾ ਤਾਂ ਸਾਈਕਲ ਰੋਕ ਕੇ ਖੜੋ ਜਾਂਦਾ। ਹੈਂ ਭਾਊ, ਕਿੰਨੇ ਦਾ ਲਿਆ ਸੀ ਭਲਾ ਸਾਈਕਲ?
ਫਿਰ ਉਹ ਸਾਈਕਲ ਦੀ ਕਾਠੀ ਥਪਥਪਾਉਂਦਾ ਤੇ ਹਸਰਤ ਭਰੀਆਂ ਨਜ਼ਰਾਂ ਨਾਲ ਸਾਈਕਲ ਵੱਲ ਵੇਖ ਕੇ ਕਹਿੰਦਾ, ਉਹ ਗੱਲ ਨਹੀਂ, ਉਹ ਸਾਈਕਲ ਵਰਗਾ ਨਹੀਂ। ਉਹ ਸਿਰ ਫੇਰਦਾ। ਉਹ ਸਾਈਕਲ ਉਹ ਸੀ ਵੀਰ ਮੇਰਿਆ, ਉਹ ਸਾਈਕਲ ਬਸ ਉਹ ਸੀ, ਉਹ। ਤੇ ਫਿਰ ਉਹ ਡੂੰਘਾ ਹੌਕਾ ਭਰਦਾ ਤੇ ਆਪਣੇ ਪਿਓ ਦੀਆਂ ਜੋੜੀਆਂ ਹੋਈਆਂ ਤੁਕਾਂ ਆਪਣੀ ਪਰੜਾਉਂਦੀ ਆਵਾਜ਼ 'ਚ ਗਾਉਣ ਲੱਗ ਪੈਂਦਾ। ਕਿੱਥੇ ਗਿਆ ਤੇਰਾ ਸੁੱਚਾ ਵੀਰ, ਤੇ ਕਿੱਥੇ ਗਈ ਤੇਰੀ ਮਾਂ, ਕਿੱਥੇ ਗਏ ਤੇਰੇ ਛੰਨਾਂ ਦੇ ਢਾਰੇ, ਕਿੱਥੇ ਗਈ ਅੰਬ ਦੀ ਛਾਂ, ਓਏ ਕਿੱਥੇ ਗਿਆ, ਓਏ ਕਿੱਥੇ ਗਈ। ਤੇ ਫਿਰ ਉਹ ਅੱਖਾਂ ਵਿੱਚ ਹੰਝੂ ਭਰ ਕੇ ਕਿੰਨਾ ਚਿਰ ਇਹੋ ਹੀ ਕਹੀ ਜਾਂਦਾ, ਓਏ ਕਿੱਥੇ ਗਿਆ, ਓਏ ਕਿੱਥੇ ਗਏ, ਓਏ ਕਿੱਥੇ ਗਿਆ, ਉਹ ਕਿੱਥੇ ਗਈ। ਤੇ ਫਿਰ ਜਦੋਂ ਉਹ ਥੋੜ੍ਹਾ ਥੋੜ੍ਹਾ ਰਾਜੀ ਹੋਇਆ ਤਾਂ ਘਰੋਂ ਨਿਕਲ ਕੇ ਹੌਲੀ ਹੌਲੀ ਤੁਰਦਾ ਬਹਿੰਦਾ ਤੇ ਸਾਹ ਲੈਂਦਾ ਨਹਿਰ ਦੇ ਪੁਲ 'ਤੇ ਜਾ ਬੈਠਦਾ। ਕਿੰਨੀ ਦੇਰ ਉਹ ਪੁਲ ਹੇਠੋਂ ਲੰਘਦੇ ਪਾਣੀ ਨੂੰ ਵੇਖਦਾ ਰਹਿੰਦਾ ਤੇ ਪਾਣੀ ਨਾਲ ਤੁਰਦਾ ਤੁਰਦਾ ਉਹ ਕਿਤੇ ਦਾ ਕਿਤੇ ਪਹੁੰਚ ਜਾਂਦਾ। ਨਹਿਰ ਵਿੱਚ ਰੁੜਦੇ ਜਾਂਦੇ ਪੱਤੇ ਉਹਨੂੰ ਆਪਣੇ ਵਰਗੇ ਲੱਗਦੇ। ਉਹ ਡੂੰਘਾ ਸਾਹ ਭਰਦਾ ਤੇ ਫਿਰ ਸਾਹਮਣੇ ਕੁਝ ਕਿੱਲਿਆਂ ਦੀ ਵਿੱਥ ਤੇ ਆਪਣੇ ਖੇਤ ਉੱਤੋਂ ਦੀ ਸ਼ਹਿਰ ਵੱਲ ਡੂੰਘੀ ਨੀਝ ਨਾਲ ਲਾ ਕੇ ਤੱਕਣ ਲੱਗ ਪੈਂਦਾ। ਖੇਤਾਂ ਵਿੱਚੋਂ ਆਉਂਦੀ ਹਵਾ ਵਿੱਚੋਂ ਅੰਬਾਂ ਦੇ ਬੂਰ ਦੀ ਮਿੱਠੀ ਮਿੱਠੀ ਮਹਿਕ ਤੇ ਵਗੀ ਹੋਈ ਵੱਤਰ ਭੋਇੰ ਦੀ ਮਨਮੋਹਕ ਸੁਗੰਧ ਉਹਦੀਆਂ ਨਾਸਾਂ 'ਚ ਜਲੂਣ ਛੇੜ ਜਾਂਦੀ। ਉਹ ਘੁੱਟ ਕੇ ਅੱਖਾਂ ਮੀਟ ਲੈਂਦਾ ਤੇ ਫਿਰ ਲੰਮਾ ਡੂੰਘਾ ਸਾਹ ਭਰ ਕੇ ਅੱਖਾਂ ਖੋਲ੍ਹਦਾ ਤਾਂ ਉਹਨੂੰ ਆਪਣੇ ਫੇਫੜਿਆਂ ਵਿੱਚ ਸ਼ਹਿਰ ਨੂੰ ਲੰਘਦਿਆਂ ਰਾਹ ਵਿੱਚ ਆਉਂਦੇ ਗੰਦ ਦੀ ਬੂ ਤੇ ਸ਼ਹਿਰ ਦੀਆਂ ਚਿਮਨੀਆਂ 'ਚੋਂ ਨਿਕਲਦੇ ਧੂੰਏਂ ਦੀ ਕੁੜੱਤਣ ਭਰ ਗਈ ਜਾਪਦੀ। ਤੇ ਉਹ ਖੇਤਾਂ ਉੱਤੋਂ ਦੀ ਸ਼ਹਿਰ ਵੱਲ ਬੜੀਆਂ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਪੈਂਦਾ। ਉਹਦੀਆਂ ਅੱਖਾਂ ਸਾਹਮਣੇ ਉਹਦੇ ਚਾਚੇ ਸੁੱਚੇ ਦੇ ਲਾਏ ਅੰਬ ਉੱਚੇ ਉੱਚੇ ਆਕਾਸ਼ ਨੂੰ ਛੂੰਹਦੇ ਨਜ਼ਰ ਆਉਂਦੇ ਤੇ ਫਿਰ ਉਹਦੀਆਂ ਅੱਖਾਂ ਅੱਗੇ ਨਿੰਮੀ ਨਿੰਮੀ ਧੁੰਦ ਪਸਰਨੀ ਸ਼ੁਰੂ ਹੋ ਜਾਂਦੀ। ਇਸ ਧੁੰਦ ਜਿਹੀ ਵਿੱਚ ਉਹਨੂੰ ਆਪਣਾ ਸਾਈਕਲ ਤੇ ਚੱਕੇ ਜ਼ਮੀਨ ਤੋਂ ਉੱਠ ਕੇ ਤੇਜ਼ ਤੇਜ਼ ਘੁੰਮਦੇ ਉਹ ਤਾਂ ਉੱਠਦੇ ਲੱਗਦੇ, ਤੇਜ਼ ਹੋਰ ਤੇਜ਼ ਘੂਕਰ ਬੰਨੀ ਛਾਂ ਛਾਂ ਕਰਦੇ। ਉਹ ਛੋਟੇ ਛੋਟੇ ਚੱਕੇ ਖੇਤਾਂ ਤੇ ਸ਼ਹਿਰ ਉਤਲੇ ਆਕਾਸ਼ ਮੰਡਲ 'ਚ ਛਾ ਜਾਂਦੇ। ਉਹਨੂੰ ਆਪਣਾ ਸਿਰ ਘੁੰਮਦਾ ਲੱਗਦਾ ਤੇ ਨਾਲ ਹੀ ਛਾਂ ਛਾਂ ਸ਼ੂਕਦੇ ਸਾਈਕਲ ਦੇ ਚੱਕੇ ਦੂਜੇ ਪਲ ਉਹਦੇ ਪਿੰਡ ਦੇ ਵੀਰੂ ਤਖਾਣ ਦੀ ਮਸ਼ੀਨ ਉਤਲਾ ਆਰਾ ਬਣ ਜਾਂਦੇ ਤੇ ਉਹਦੀਆਂ ਅੱਖਾਂ ਸਾਹਮਣੇ ਦਿਸਦੇ ਸਾਰੇ ਕੁਝ ਨੂੰ ਕੱਟ ਕੱਟ ਚੀਰ ਚੀਰ ਲਹੂ ਲੁਹਾਨ ਕਰ ਕਰ ਸੁੱਟੀ ਜਾਂਦੇ। ਇੱਕ ਤਿੱਖਾ ਸ਼ੋਰ, ਦਿਲ ਵਿੰਨਵੀਆਂ ਚੀਕਾਂ ਉਹਦੇ ਕੰਨਾਂ 'ਚ ਭਰ ਜਾਂਦੀਆਂ। ਉਹ ਸਹਿਮ ਕੇ ਅੱਖਾਂ ਮੀਚ ਲੈਂਦਾ ਤੇ ਫਿਰ ਜਦੋਂ ਅੱਖਾਂ ਖੋਲ੍ਹਦਾ ਤਾਂ ਉਹ ਧਰਤੀ 'ਤੇ ਕੋਈ ਹੋਈ ਕਟਾ ਵੱਢ ਲਹੂ ਲੁਹਾਨ ਹੋਇਆ ਕਈ ਕੁਝ ਵੇਖਦਾ ਤੇ ਪਰ ਬੜੇ ਧਿਆਨ ਨਾਲ ਕੱਟੀਆਂ ਚੀਜ਼ਾਂ ਦੇ ਨਕਸ਼ ਪਛਾਣਨ ਦੇ ਯਤਨ ਕਰਦਾ ਲੱਗਦਾ। ਪਤਾ ਨਹੀਂ ਉਹਨਾਂ ਕੱਟੀਆਂ ਚੀਜ਼ਾਂ ਵਿੱਚ ਉਹਨਾਂ ਦੇ ਖੇਤ ਵਿਚਲੇ ਟੋਟੇ ਟੋਟੇ ਹੋਏ ਅੰਬਾਂ ਦੇ ਦਰਖਤ ਹੁੰਦੇ, ਪਤਾ ਨਹੀਂ ਸੋਹਣੀ ਛਿੰਦੋ ਦੀ ਚਿਥਲੀ ਹੋਈ ਕਾਲੀ ਚੁੰਨੀ ਹੁੰਦੀ ਸੀ, ਪਤਾ ਨਹੀਂ ਬੋਟੀ ਬੋਟੀ ਹੋਈ ਉਹਦੇ ਦਾਦੇ ਦੀ ਘੋੜੀ ਸੀ, ਪਤਾ ਨਹੀਂ ਐਕਸੀਡੈਂਟ 'ਚ ਮਿੱਧਿਆ ਚਿੱਥਿਆ ਪੁਰਜ਼ਾ ਪੁਰਜ਼ਾ ਖਿਲ ਰਿਹਾ ਉਹਦਾ ਸਾਈਕਲ ਹੁੰਦਾ, ਪਤਾ ਨਹੀਂ ਕੀ ਹੁੰਦਾ। ਤੇ ਆਪਣੇ ਪਿਓ ਦੀਆਂ ਜੋੜੀਆਂ ਸਤਰਾਂ ਉਹਦੇ ਬੁੱਲਾਂ 'ਤੇ ਆ ਟਿਕਦੀਆਂ। ਉਹ ਕਿੱਥੇ ਗਿਆ ਤੇ ਆ ਕੇ ਉਹ ਅਟਕ ਜਾਂਦਾ। ਪਤਾ ਨਹੀਂ ਸੀ ਕਿ ਉਹ ਅੱਗੇ ਕੀ ਕਹਿਣਾ ਚਾਹੁੰਦਾ ਸੀ, ਪਰ ਇੰਝ ਜ਼ਰੂਰ ਲੱਗਦਾ ਸੀ ਜਿਵੇਂ ਉਹ ਆਪਣੇ ਪਿਓ ਦੀਆਂ ਜੋੜੀਆਂ ਹੋਈਆਂ ਸਤਰਾਂ ਤੋਂ ਅਗਾਂਹ ਵੀ ਕੁਝ ਸਤਰਾਂ ਜੋੜਨੀਆਂ ਚਾਹੁੰਦਾ ਹੋਵੇ, ਪਰ ਉਸ ਕੋਲੋਂ ਜੁੜ ਨਾ ਰਹੀਆਂ ਹੋਣ ਤੇ ਉਹ ਘਸੇ ਹੋਏ ਰਿਕਾਰਡ ਦੀ ਇੱਕ ਥਾਂ ਟਿਕੀ ਸੂਈ ਵਾਂਗ ਓਏ ਕਿੱਥੇ ਗਿਆ, ਓਏ ਕਿੱਥੇ ਗਿਆ ਕਰਦਾ ਕਰਦਾ ਫੁੱਟ ਫੁੱਟ ਕੇ ਰੋ ਪੈਂਦਾ। ਧੰਨਵਾਦ। ਵਰਿਆਮ ਸਿੰਘ ਸੰਧੂ ਦੀ ਕਹਾਣੀ ਗੁਰਮੁਖ ਸਿੰਘ। ਚੀਨੀਆਂ ਦੇ ਚੁਬਾਰੇ 'ਚ ਵੱਜਦਾ ਰੇਡੀਓ ਹਰੇ ਇਨਕਲਾਬ ਦੇ ਗੀਤ ਗਾਉਣ ਪਿੱਛੋਂ ਮਹਿਬੂਬ ਦੀਆਂ ਜ਼ੁਲਫਾਂ ਸਵਾਰਨ 'ਚ ਰੁੱਝ ਗਿਆ ਹੈ। ਗੁਰਦੁਆਰੇ ਵਿੱਚ ਹੋ ਰਹੇ ਪਾਠ ਦੀ ਆਵਾਜ਼ ਸਪੀਕਰ ਦੀ ਮਦਦ ਨਾਲ ਕੰਨਾਂ ਵਿੱਚ ਜ਼ਬਰਦਸਤੀ ਵੜ ਰਹੀ ਹੈ। ਖੱਬੇ ਹੱਥ ਲੇਟੀਆਂ ਮੇਰੀ ਪਤਨੀ, ਮਾਂ ਤੇ ਮੁਟਿਆਰ ਭੈਣ ਦੀਆਂ ਆਵਾਜ਼ਾਂ ਦੇ ਹੌਲੀ ਹੌਲੀ ਸੌਂ ਜਾਣ ਬਾਅਦ ਸੱਜੇ ਹੱਥ ਬੱਝੇ ਮੇਰੇ ਕਮਜ਼ੋਰ ਬਲਦਾਂ ਦੀਆਂ ਟੱਲੀਆਂ ਦੀ ਨਿੰਮੀ ਟੁਣਕਾਰ ਮੇਰੇ ਜ਼ਹਿਨ ਵਿੱਚ ਰੜਕ ਉੱਠੀ ਹੈ। ਬਿਜਲੀ ਦੇ ਨਿੰਮੇ ਚਾਨਣ ਵਿੱਚ ਮੈਂ ਰੇਡੀਓ ਦੇ ਹਰੇ ਇਨਕਲਾਬ ਨੂੰ ਬਲਦਾਂ ਦੀਆਂ ਉੱਭਰੀਆਂ ਹੋਈਆਂ ਪਸਲੀਆਂ ਵਿੱਚੋਂ ਲੱਭਣ ਦਾ ਯਤਨ ਕਰਦਾ ਹਾਂ, ਜਿਨ੍ਹਾਂ ਦੇ ਪਿੰਡੇ ਦਾ ਮਾਸ ਪਤਾ ਨਹੀਂ ਕੌਣ ਖਾ ਗਿਆ ਹੈ ਤੇ ਮੈਨੂੰ ਕਾਵਾਂ ਦਾ ਖਿਆਲ ਆ ਗਿਆ ਹੈ। ਮੈਨੂੰ ਲੱਗਦਾ ਜਿਵੇਂ ਕਾਵਾਂ ਦੀ ਭੀੜ ਮੇਰੇ ਕੱਚ ਕੋਠੇ ਵਿੱਚ ਜਮ੍ਹਾਂ ਹੋ ਗਈ ਹੋਵੇ
ਤੇ ਕਾਂ ਦੇ ਸ਼ੋਰ ਵਿੱਚ ਸਾਡੇ ਸਾਰੇ ਜੀਆਂ ਦਾ ਮਾਸ ਨੋਚ ਰਹੀ ਹੋਵੇ। ਮੇਰੇ ਅੰਦਰ ਬਾਹਰ ਆਵਾਜ਼ਾਂ ਦੀ ਇੱਕ ਭੀੜ ਜਮ੍ਹਾਂ ਹੋ ਗਈ ਹੈ। ਇਹ ਆਵਾਜ਼ਾਂ ਟੇਢੀਆਂ ਮੇਢੀਆਂ ਰੇਖਾਵਾਂ ਵਾਂਗ ਇੱਕ ਦੂਜੀ ਨੂੰ ਗਲਤ ਮਲਤ ਕੱਟਦੀਆਂ ਚੀਕ ਰਹੀਆਂ ਹਨ। ਮੈਂ ਬੇਵੱਸ ਅੱਖਾਂ ਚੌੜੀਆਂ ਕਰੀ ਇਹਨਾਂ ਦੇ ਨਕਸ਼ ਪਛਾਣਨ ਦੇ ਯਤਨ ਵਿੱਚ ਹਾਂ। ਕਿਹਾ ਦੁਖਾਂਤ ਹੈ, ਜੋ ਆਵਾਜ਼ਾਂ ਅਸੀਂ ਸੁਣਨੀਆਂ ਨਹੀਂ ਚਾਹੁੰਦੇ ਉਹ ਮਜਬੂਰਨ ਸੁਣਨੀਆਂ ਪੈਂਦੀਆਂ ਹਨ, ਅਤੇ ਜੋ ਸੁਣਨਾ ਚਾਹੁੰਦੇ ਹਾਂ ਉਹ ਆਵਾਜ਼ਾਂ ਸਾਡੇ ਕੰਨਾਂ ਤੱਕ ਪਹੁੰਚਣ ਤੋਂ ਪਹਿਲਾਂ ਕਤਲ ਕੀਤੀਆਂ ਜਾਂਦੀਆਂ ਹਨ। ਮੈਂ ਇਸ ਸ਼ੋਰ ਤੋਂ ਦੂਰ ਨੱਸ ਜਾਣਾ ਚਾਹੁੰਦਾ, ਪਰ ਨੱਸ ਨਹੀਂ ਸਕਦਾ। ਉਂਝ ਵੀ ਹਾਲਾਤ ਤੋਂ ਅੱਖਾਂ ਮੀਚ ਕੇ ਭੱਜਣਾ ਬੁਜ਼ਦਿਲੀ ਹੈ। ਚਾਹੁੰਦਾ ਤਾਂ ਕੁਝ ਨਾ ਸੁਣੇ, ਨੀਂਦ ਆ ਜਾਏ। ਨੀਂਦ ਵੀ ਨਹੀਂ ਆਉਂਦੀ ਤਾਂ ਸੋਚਦਾ ਰੋਣ ਹੀ ਆ ਜਾਏ। ਇਹ ਕਿਹੋ ਜਿਹੀ ਅਵਸਥਾ ਹੈ। ਮੈਂ ਨੱਸਣਾ ਚਾਹੁੰਦਾ ਹੋਇਆ ਨੱਸ ਨਹੀਂ ਸਕਦਾ, ਸੌਣਾ ਚਾਹੁੰਦਾ ਹੋਇਆ ਸੌ ਨਹੀਂ ਸਕਦਾ, ਰੋਣਾ ਚਾਹੁੰਦਾ ਹੋਇਆ ਰੋ ਨਹੀਂ ਸਕਦਾ। ਮੈਂ ਝੁੰਝਲਾ ਉੱਠਦਾ। ਜਾਗਦੇ ਰਹੋ। ਪਿੰਡ ਵਿੱਚ ਲਾਲਿਆਂ ਦੀ ਦੁਕਾਨ 'ਤੇ ਪਹਿਰਾ ਦੇ ਰਹੇ ਪਹਿਰੇਦਾਰ ਦੀ ਆਵਾਜ਼ ਆਉਂਦੀ ਹੈ। ਮੈਂ ਸੋਚਾਂ ਤੋਂ ਟੁੱਟਣ ਦੀ ਕੋਸ਼ਿਸ਼ ਕਰਦਾ, ਪਾਸਾ ਪਰਤਦਾ। ਪਤਨੀ ਅੱਖਾਂ ਖੋਲ੍ਹੀ ਮੇਰੇ ਵੱਲ ਵੇਖ ਰਹੀ ਹੈ। ਸੁੱਤੇ ਨਹੀਂ ਅਜੇ ਤਾਈਂ? ਮੈਂ ਉਹਨੂੰ ਉੱਤਰ ਦੇਣ ਦੀ ਥਾਂ ਇਹੋ ਪ੍ਰਸ਼ਨ ਉਹਨੂੰ ਕਰਨਾ ਚਾਹੁੰਦਾ, ਪਰ ਜਾਣ ਬੁੱਝ ਕੇ ਚੁੱਪ ਕਰ ਰਹਿੰਦਾ। ਉਹ ਮੇਰੇ ਦਰਦ ਨੂੰ ਸਮਝਦੀ ਹੈ। ਕੋਈ ਗੱਲ ਛੇੜ ਕੇ ਉਹ ਅੱਜ ਦੀ ਘਟਨਾ ਵੱਲੋਂ ਮੇਰਾ ਧਿਆਨ ਬਦਲਣਾ ਚਾਹੁੰਦੀ ਹੈ। ਭਲਾ ਕੀ ਟਾਈਮ ਹੋਊਗਾ ਰਾਤ ਦਾ? ਮੈਂ ਚਾਹੁੰਦਾ ਕਿ ਉਹਨੂੰ ਆਖਾਂ ਕਿ ਟਾਈਮ ਅੱਜ ਤੋਂ 5 ਸਦੀਆਂ ਪਹਿਲਾਂ ਜਿੱਥੇ ਖੜ੍ਹਾ ਸੀ ਉਸ ਤੋਂ ਅਗਾਂਹ ਭੋਰਾ ਨਹੀਂ ਸਰਕਿਆ। ਪਰ ਇਹ ਪੁੱਠੀ ਸੋਚ ਉਹਦੀ ਸਮਝ ਨਹੀਂ ਆਏਗੀ। ਇਹ ਸੋਚ ਕੇ ਚੁੱਪ ਰਹਿੰਦਾ ਹਾਂ। ਛੋਟੀ ਭੈਣ ਵੀ ਜਾਗ ਪੈਂਦੀ ਹੈ। ਪਿੰਡ ਦੇ ਸਰਪੰਚ ਗੁਰਮੁਖ ਸਿੰਘ ਦੀ ਚੁੱਕਣਾ 'ਤੇ ਜਿੱਥੇ ਕੁੜੀ ਮੰਗੀ ਸੀ, ਉਹਨਾਂ ਨੇ ਪਿਛਲੇ ਦਿਨੀਂ ਸਾਕ ਛੱਡ ਦਿੱਤਾ ਹੈ। ਕੁੜੀ ਅੰਦਰੋਂ ਅੰਦਰ ਭੁੱਜਦੀ ਘੁਲਦੀ ਰਹਿੰਦੀ ਹੈ, ਪਰ ਕੁਝ ਬੋਲ ਨਹੀਂ ਸਕਦੀ। ਪਰ ਗੁਰਮੁਖ ਸਿੰਘ ਦੀ ਅੱਜ ਦੀ ਕਰਨੀ ਤੇ ਉਹਦੇ ਅੰਦਰ ਦੀ ਨਫ਼ਰਤ ਬਲ ਉੱਠੀ ਹੈ। ਉਹ ਪਾਠ ਦੀ ਆਵਾਜ਼ ਸੁਣਦੀ ਜਿਵੇਂ ਰੱਬ ਅੱਗੇ ਪ੍ਰਾਰਥਨਾ ਕਰਦੀ ਹੈ, ਰੱਬਾ ਸੱਚਿਆ, ਇਹਨਾਂ ਧੱਕਾ ਕਰਨ ਵਾਲਿਆਂ ਨਾਲ ਨਜਿੱਠੀ। ਭਾਜੀ ਹੌਸਲਾ ਕਰੋ, ਪੈਲੀਆਂ ਹੋਰ ਬੜੀਆਂ, ਜੇ ਕਰਕੇ ਖਾਣੀ ਹੈ। ਤੇ ਕੁੜੀ ਦਾ ਗੱਚ ਭਰ ਆਉਂਦਾ ਹੈ। ਮੇਰੀਆਂ ਅੱਖਾਂ ਵਿੱਚ ਵੀ ਅੱਥਰੂ ਸਿਮ ਆਏ ਹਨ। ਭਰੇ ਮਨ ਨਾਲ ਪਾਸਾ ਪਰਤਦਾ ਹਾਂ। ਸਾਵੇਂ ਬਲਦ ਬੱਝੇ ਹੋਣ ਕਰਕੇ ਉਹਨਾਂ ਦੀਆਂ ਟੱਲੀਆਂ ਦੀ ਆਵਾਜ਼ ਇੱਕ ਵਾਰ ਫਿਰ ਮੇਰੀ ਸੋਚ ਵਿੱਚ ਖੜਕ ਉੱਠੀ ਹੈ। ਮੇਰੇ ਬਲਦ, ਮੇਰਾ ਵਿਰਸਾ। ਮੈਂ ਅਤੀਤ ਵਿੱਚ ਗੁੰਮ ਜਾਂਦਾ ਹਾਂ। ਬੁੱਢੇ ਬਾਪੂ ਦਾ ਬਲਦਾਂ ਪਿੱਛੇ ਤੁਰਦਾ ਕਮਜ਼ੋਰ ਸਰੀਰ ਮੇਰੀਆਂ ਅੱਖਾਂ ਅੱਗੇ ਆ ਖੜੋਤਾ ਹੈ। ਬੁੱਢਾ ਕਿਰਤੀ ਕਿਸਾਨ, ਕਿਸਾਨ ਜਿਸ ਦੇ ਜਿਸਮ ਵਿੱਚੋਂ ਵਾਹੀ ਹੋਈ ਗਿੱਲੀ ਮਿੱਟੀ ਦੀ ਸੁਗੰਧ ਆਉਂਦੀ ਹੈ, ਜਿਹਦੇ ਮੁੜਕੇ ਵਿੱਚੋਂ ਦੇਸ਼ ਦੀ ਤਕਦੀਰ ਡਲਕਦੀ ਹੈ, ਜਿਸ ਦੇ ਹਾਲ ਦੀ ਜੰਗੀ ਭੁੱਖਾਂ ਤੇ ਤੰਗੀਆਂ ਦੀ ਹਿੱਕ ਪਾੜਦੀ ਹੈ, ਤੇ ਜਿਸ ਕਿਸਾਨ ਨੇ ਦੇਸ਼ ਵਿੱਚ ਕਹਿੰਦੇ ਹਨ ਹਰਾ ਇਨਕਲਾਬ ਲੈ ਆਂਦਾ ਹੈ। ਅਜਿਹਾ ਹੀ ਕਿਸਾਨ ਸੀ ਮੇਰਾ ਬਾਪੂ, ਜੋ ਸਾਰੀ ਉਮਰ ਧਰਤੀ ਨਾਲ ਘੁਲਦਾ ਰਿਹਾ, ਮਿੱਟੀ ਨਾਲ ਮਿੱਟੀ ਹੁੰਦਾ ਰਿਹਾ। ਦੇਸ਼ ਦੀ ਵੰਡ ਤੋਂ ਪਹਿਲਾਂ ਉੱਧਰ, ਦੇਸ਼ ਦੀ ਵੰਡ ਤੋਂ ਪਿੱਛੋਂ ਇੱਧਰ, ਆਪਣੇ ਆਜ਼ਾਦ ਵਤਨ ਵਿੱਚ। ਦੇਸ਼ ਤਾਂ ਆਜ਼ਾਦ ਹੋ ਗਿਆ। ਕੀ ਹੋਇਆ ਜੇ ਉਹਨੂੰ 8 ਕਿੱਲਿਆਂ ਦੀ ਥਾਂ 3.5 ਕਿੱਲੇ ਜ਼ਮੀਨ ਅਲਾਟ ਹੋਈ ਸੀ? ਪਰ ਉਹਨੇ ਸਿਰੜ ਨਹੀਂ ਸੀ ਛੱਡਿਆ। ਹਿੱਸੇ ਠੇਕੇ ਦੀ ਜ਼ਮੀਨ ਲੈ ਕੇ ਗੁਜ਼ਾਰਾ ਕਰਦਾ ਰਿਹਾ, ਪਰ ਧਰਤੀ ਦੀ ਹਿੱਕ ਪਾੜਨ ਵਾਲੇ ਦੀਆਂ ਆਪਣੀਆਂ ਮੁਸ਼ਕਿਲਾਂ ਦੀ ਹਿੱਕ ਨਾ ਪਾਟੀ। ਫਿਰ ਵੀ ਉਸ ਤੰਗੀਆਂ ਸਹਿ ਕੇ, ਕਰਜ਼ੇ ਲੈ ਕੇ ਮੈਨੂੰ 12 ਸਾਲ ਪੜ੍ਹਾਇਆ। ਉਹਦਾ ਵਿਚਾਰ ਸੀ ਮੇਰੀ ਨੌਕਰੀ ਲੱਗ ਜਾਣ 'ਤੇ ਘਰ ਦੀ ਦਸ਼ਾ ਸੁਧਰ ਜਾਏਗੀ। ਉਹਦੇ ਪਿਓ ਨੇ ਵੀ ਸ਼ਾਇਦ ਉਸ ਕੋਲੋਂ ਇਹ ਆਸ ਰੱਖੀ ਸੀ, ਪਰ ਇਹ ਗਰੀਬੀ ਦਾ ਘੋਲ ਖਤਮ ਨਹੀਂ ਸੀ ਹੋਇਆ। ਜਿਉਂ ਦਾ ਤਿਉਂ ਚਾਲੂ ਸੀ, ਤੇ ਇਸ ਘੋਲ ਵਿੱਚ ਹੀ ਫੜਾ ਕੇ ਬਾਪੂ ਨੇ ਵੱਡੀ ਭੈਣ ਦਾ ਵਿਆਹ ਕਰ ਦਿੱਤਾ ਸੀ। ਜਿਹੜੀ ਆਸ ਉਹਨੂੰ ਮੇਰੇ ਉੱਤੇ ਸੀ ਉਹ ਪੂਰੀ ਨਾ ਹੋ ਸਕੀ। ਕਈ ਥਾਵਾਂ 'ਤੇ ਟੱਕਰਾਂ ਮਾਰਨ ਤੋਂ ਪਿੱਛੋਂ ਜਦੋਂ ਮੈਨੂੰ ਨੌਕਰੀ ਨਾ ਮਿਲੀ ਤਾਂ ਮੈਂ ਵੀ ਬਾਪੂ ਨਾਲ ਖੇਤੀ ਦਾ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ। ਜ਼ਮੀਨ ਤਾਂ ਪਹਿਲਾਂ ਹੀ ਨਹੀਂ ਸੀ, ਪਰ ਜਿਹੜੀ 4 ਕਿੱਲੇ ਬਾਪੂ ਠੇਕੇ 'ਤੇ ਵਾਹੁੰਦਾ ਸੀ ਉਹ ਵੀ ਮਾਲਕ ਨੇ ਵੇਚ ਦਿੱਤੀ ਸੀ। ਇਨ੍ਹੀਂ ਦਿਨੀਂ ਮੁਰੱਬੇਬੰਦੀ 'ਚ ਪੰਚਾਇਤ ਦੀ ਕੁਝ ਸਾਂਝੀ ਜ਼ਮੀਨ ਛੱਡੀ ਗਈ। ਚੰਗੀ ਜ਼ਮੀਨ ਤਾਂ ਸਰਪੰਚ ਨੇ ਆਪ ਵਾਹੁਣੀ ਸ਼ੁਰੂ ਕਰ ਦਿੱਤੀ ਸੀ, ਪਰ 5-6 ਕਿੱਲੇ ਦੰਬ ਤੇ ਝਾੜ ਬੂਟ ਵਾਲੀ ਜ਼ਮੀਨ ਮੈਂ ਤੇ ਮੇਰੇ ਬਾਪੂ ਨੇ ਥੋੜ੍ਹੇ ਪੈਸਿਆਂ ਵਿੱਚ 4 ਸਾਲਾਂ ਦੀ ਇਕੱਠੇ ਠੇਕੇ 'ਤੇ ਲੈ ਲਈ।
ਤੇ ਇਸ ਜ਼ਮੀਨ ਉੱਤੇ ਮੈਂ ਤੇ ਬਾਪੂ ਨੇ ਦਿਨ ਰਾਤ ਇੱਕ ਕਰ ਦਿੱਤਾ। ਟੋਏ ਟਿੱਬੇ ਪੱਧਰੇ ਕੀਤੇ, ਥੋੜ੍ਹੀ ਥੋੜ੍ਹੀ ਕਰਕੇ ਜ਼ਮੀਨ ਬਣ ਰਹੀ ਸੀ। ਇन्हीं ਦਿਨੀਂ ਮੇਰਾ ਵਿਆਹ ਵੀ ਹੋ ਗਿਆ। ਅਸੀਂ ਦੋਹਾਂ ਨੇ ਹੋਰ ਜ਼ੋਰ ਲਾ ਕੇ ਜ਼ਮੀਨ ਨੂੰ ਵਾਹੁਣ ਯੋਗ ਬਣਾਇਆ। 4 ਸਾਲ ਖਤਮ ਹੋਏ ਤਾਂ ਅੱਧੀਓਂ ਬਹੁਤੀ ਜ਼ਮੀਨ ਹਲ ਹੇਠ ਹੋਈ ਵੇਖ ਕੇ ਸਾਰੇ ਪਿੰਡ ਵਿੱਚੋਂ ਸਾਰਿਆਂ 'ਚ ਆਇਆ ਕਿ ਅਗਲੇ 4 ਸਾਲਾਂ ਲਈ ਜ਼ਮੀਨ ਫਿਰ ਸਾਨੂੰ ਹੀ ਮਿਲਣੀ ਚਾਹੀਦੀ ਹੈ। ਤੇ ਅਜੇ ਕੁਝ ਦਿਨ ਹੀ ਬੀਤੇ ਸਨ ਕਿ ਇੱਕ ਦਿਨ ਬਾਹਰੋਂ ਸੁਨੇਹਾ ਆ ਗਿਆ, ਮੇਰਾ ਬਾਪੂ ਦੱਬ ਵਿੱਚੋਂ ਸੱਪ ਲੜ ਕੇ ਮਰ ਗਿਆ ਹੈ। ਉਸ ਦਿਨ ਤੋਂ ਮਾਂ ਤੇ ਛੋਟੀ ਭੈਣ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ ਸੀ ਤੇ ਮੈਂ ਬਾਪੂ ਦੇ ਕਰੜੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਸੇ ਧਰਤੀ ਵਿੱਚ ਸਿਰ ਸੁੱਟ ਕੇ ਜੁਟ ਪਿਆ ਜਿੱਥੇ ਮੇਰਾ ਬਾਪੂ ਆਪਣੀ ਜਾਨ ਦੇ ਗਿਆ ਸੀ। ਮੈਨੂੰ ਆਸ ਸੀ ਕਿ ਇਹ ਜ਼ਮੀਨ ਹੁਣ ਮੇਰੇ ਕੋਲੋਂ ਕੋਈ ਨਹੀਂ ਖੋਹਣ ਲੱਗਾ। ਸਾਰੀ ਜ਼ਮੀਨ ਆਬਾਦ ਹੋ ਚੁੱਕੀ ਸੀ। ਐਤਕੀ ਫਸਲ ਵੀ ਚੰਗੀ ਹੋਈ ਸੀ। ਮੈਂ ਚਾਹੁੰਦਾ ਸਾਂ 4 ਪੈਸੇ ਹੋਰ ਹੱਥ 'ਚ ਆ ਜਾਣ ਤਾਂ ਛੋਟੀ ਕੁੜੀ ਦੇ ਹੱਥ ਪੀਲੇ ਕਰ ਛੱਡਾਂਗਾ। ਮਾਂ ਵੀ ਰੋਜ਼ ਇਹੋ ਕਹਿੰਦੀ ਰਹਿੰਦੀ ਸੀ। ਪਰ ਐਤਕੀ ਪਹਿਲੀ ਦੀ ਮਿਆਦ ਪੁੱਗਣ ਤੋਂ ਪਹਿਲਾਂ ਮੇਰੇ ਕੰਨਾਂ 'ਚ ਆਵਾਜ਼ਾਂ ਪੈ ਰਹੀਆਂ ਸਨ ਕਿ ਇਸ ਵਾਰ ਸਰਪੰਚ ਗੁਰਮੁਖ ਸਿੰਘ ਇਹ ਜ਼ਮੀਨ ਆਪਣੇ ਕੋਲ ਰੱਖਣਾ ਚਾਹੁੰਦਾ ਸੀ। ਉਸ ਨਵਾਂ ਟਰੈਕਟਰ ਖਰੀਦ ਲਿਆ ਸੀ ਤੇ ਹੁਣ ਉਹ ਵੱਧ ਜ਼ਮੀਨ ਟਰੈਕਟਰ ਹੇਠਾਂ ਲਿਆਉਣ ਦਾ ਚਾਹਵਾਨ ਸੀ। ਤੇ ਅੱਜ ਉਸ ਦੇ ਉਹ ਜ਼ਮੀਨ ਜਿਸ 'ਤੇ ਮੇਰੇ ਪਿਤਾ ਨੇ ਮਿਹਨਤ ਕਰਦਿਆਂ ਜਾਨ ਦਿੱਤੀ ਸੀ, ਲਗਭਗ ਦੂਣੇ ਪੈਸਿਆਂ 'ਚ ਲੈ ਲਈ ਸੀ। ਮੇਰੀ ਪਤਨੀ ਦਾ ਵਿਚਾਰ ਹੈ ਕਿ ਸ਼ਾਇਦ ਉਹ ਮੇਰੇ 'ਤੇ ਤਰਸ ਕੀਤੀ ਰੱਖਦਾ ਜੇ ਮੈਂ ਉਸ ਦੇ 3 ਬੱਚਿਆਂ ਦੇ ਬਾਪ ਦੁਹਾਜੂ ਰਿਸ਼ਤੇਦਾਰ ਨੂੰ ਆਪਣੀ ਭੈਣ ਦਾ ਸਾਕ ਕਰਨ ਲਈ ਮੰਨ ਜਾਂਦਾ। ਪਰ ਮੈਂ ਨਹੀਂ ਸੀ ਮੰਨਿਆ। ਉਹਨੇ ਗੁੱਸੇ 'ਚ ਮੇਰੀ ਗਰੀਬੀ ਤੇ ਭੁੱਖ ਦਾ ਪ੍ਰਚਾਰ ਕਰਦਿਆਂ ਸਗੋਂ ਕੁੜੀ ਦਾ ਸਾਕ ਵੀ ਛੁਡਵਾ ਦਿੱਤਾ ਸੀ ਤੇ ਅੱਜ ਉਹ ਜ਼ਮੀਨ ਵੀ ਲੈ ਲਈ ਸੀ ਜਿਸ 'ਤੇ ਮੇਰਾ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਜਾਗਦੇ ਰਹੋ, ਪਹਿਰੇਦਾਰ ਦੀ ਆਵਾਜ਼ ਫੇਰ ਆਉਂਦੀ ਹੈ। ਮੈਂ ਉਸ ਬਾਰੇ ਸੋਚਣ ਲੱਗ ਪੈਂਦਾ। ਮੈਂ ਵੀ ਜਾਗ ਰਿਹਾ, ਪਹਿਰੇਦਾਰ ਵੀ ਜਾਗ ਰਿਹਾ ਤੇ ਐਵੇਂ ਮੈਨੂੰ ਖਿਆਲ ਆਉਂਦਾ ਜਿਵੇਂ ਸਾਡੇ ਦੋਹਾਂ ਦੀ ਨੀਂਦ ਕੋਈ ਚੁਰਾ ਕੇ ਲੈ ਗਿਆ। ਉਸ ਚੋਰ ਕੌਣ ਹੈ? ਉਹ ਚੋਰ ਕੌਣ ਹੈ? ਇੰਜ ਉਗੜ ਦੁਗੜ ਬੇਤਰਤੀਬ ਸੋਚੀ ਜਾ ਰਿਹਾ। ਕਦੀ ਕਦੀ ਪਹਿਰੇਦਾਰ ਦੀ ਆਵਾਜ਼ ਰਾਤ ਦੀ ਕਾਲਖ ਨੂੰ ਚੀਰਦੀ ਲੰਘ ਜਾਂਦੀ ਹੈ। ਗੁਰਦੁਆਰੇ ਵਿੱਚ ਪਾਠ ਹੋ ਰਿਹਾ ਹੈ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਸੁਣ ਕੇ ਮੈਂ ਖਿਝ ਉੱਠਦਾ। ਇੱਥੇ ਤਾਂ ਲੋਕ ਗਾਵਾਂ ਤੇ ਸੂਰਾਂ ਨੂੰ ਛੱਡ ਸਾਬਤ ਆਦਮੀ ਤੱਕ ਨਿਕਲ ਜਾਂਦੇ ਹਨ ਤੇ ਮੇਰੀਆਂ ਅੱਖਾਂ ਅੱਗੇ ਗੁਰਮੁਖ ਸਿੰਘ ਸਰਪੰਚ ਆ ਖੜੋਂਦਾ ਹੈ, ਜਿਹਦਾ ਟਰੈਕਟਰ ਹੈ। ਅਫੀਮ ਦੀ ਬਲੈਕ ਵੱਡੇ ਪੈਮਾਨੇ 'ਤੇ ਚੱਲਦੀ ਹੈ। ਵਜ਼ੀਰਾਂ ਤੱਕ ਜਿਸ ਦੀ ਪਹੁੰਚ ਹੈ। ਘਰ ਦੇ ਗੁਜ਼ਾਰੇ ਦੀ ਚਿੰਤਾ, ਭੈਣ ਦੇ ਵਿਆਹ ਦੀ ਚਿੰਤਾ ਤੇ ਸੋਚਾਂ ਨਾਲ ਘੁਲਦਿਆਂ ਮੈਂ ਰਾਤ ਗੁਜ਼ਾਰ ਦਿੱਤੀ ਹੈ। ਉੱਠੋ, ਦਿਨ ਚੜ੍ਹ ਆਇਆ। ਪਤਨੀ ਦੀ ਆਵਾਜ਼ ਸੁਣੀ ਅਣਸੁਣੀ ਕਰਦਿਆਂ ਪਾਸਾ ਪਰਤਦਾ ਹਾਂ। ਉਹਦੇ ਮਾਯੂਸ ਚਿਹਰੇ ਵੱਲ ਤੱਕਦਿਆਂ ਜੀ ਕਰਦਾ ਉਹਨੂੰ ਆਖਾਂ ਕਿ ਉਸ ਝੂਠ ਬੋਲਿਆ ਏ, ਦਿਨ ਅਜੇ ਨਹੀਂ ਚੜ੍ਹਿਆ। ਜਦੋਂ ਦੇ ਅਸੀਂ ਜੰਮੇ ਹਾਂ, ਦਿਨ ਉਦੋਂ ਦਾ ਨਹੀਂ ਚੜ੍ਹਿਆ। ਉੱਠੋ, ਵਰੇ ਦਿਨ ਦਾ ਦਿਨ ਹੈ, ਗੁਰਦੁਆਰੇ ਮੱਥਾ ਹੀ ਟੇਕ ਆਓ। ਉਹ ਦੁਬਾਰਾ ਆਖਦੀ ਹੈ, ਅੱਜ ਸਾਡੇ ਗੁਰੂ ਦਾ ਜਨਮ ਦਿਨ ਹੈ। ਲੋਕ ਹੁੰਮ ਹੁਮਾ ਕੇ ਗੁਰਦੁਆਰੇ ਪਹੁੰਚ ਰਹੇ ਹਨ। ਪਰ ਮੈਂ ਉੱਠ ਨਹੀਂ ਸਕਿਆ, ਸਗੋਂ ਮੰਜੇ ਦੀ ਹੀਂਹ ਨਾਲ ਮੂੰਹ ਜੋੜ ਕੇ ਧਰਤੀ ਵੱਲ ਵੇਖਣ ਲੱਗ ਪੈਂਦਾ। ਪੈਂਦ ਵੱਲ ਕੱਲ੍ਹ ਦੀ ਅਖਬਾਰ ਡਿੱਗੀ ਪਈ ਹੈ। ਇਸ਼ਾਰੇ ਨਾਲ ਪਤਨੀ ਨੂੰ ਅਖਬਾਰ ਫੜਾਉਣ ਲਈ ਕਹਿੰਦਾ। ਅਖਬਾਰ ਦੇ ਕਾਲੇ ਕਾਲੇ ਅੱਖਰ ਕੀੜਿਆਂ ਵਾਂਗ ਜਾਪਦੇ ਹਨ। ਇੰਜ ਲੱਗਦਾ ਜਿਵੇਂ ਕੀੜੇ ਮੇਰੇ ਸਰੀਰ 'ਚ ਰੀਂਗ ਰਹੇ ਹੋਣ। ਮੁੱਢਲੀ ਸੁਰਖੀ ਨੂੰ 3 ਵਾਰ ਪੜ੍ਹਦਾ, ਪਰ ਅਜੇ ਤੱਕ ਵੀ ਅਰਥ ਸਮਝ ਨਹੀਂ ਸਕਿਆ। ਅੱਖਰਾਂ ਦੀ ਜਿਵੇਂ ਸਿਆਹੀ ਫੈਲਦੀ ਜਾ ਰਹੀ ਹੈ। ਅਗਲਾ ਵਰਕਾ ਪਰਤਦਾ, ਜੋਤਸ਼ੀ ਦਾ ਲਿਖਿਆ ਹੋਇਆ ਰਾਸ਼ੀ ਫਲ ਹੈ। ਆਪਣੇ ਆਪ ਹੀ ਮੇਰੀ ਨਜ਼ਰ ਆਪਣੀ ਰਾਸ਼ੀ 'ਤੇ ਜਾ ਟਿਕਦੀ ਹੈ। ਲਿਖਿਆ ਹੈ, ਤਬੀਅਤ ਖੁਸ਼, ਅਚਾਨਕ ਲਾਭ, ਮਨ ਦੀ ਖਾਹਿਸ਼ ਪੂਰਨ ਹੋਵੇ। ਜੋਤਸ਼ੀ ਦੀ ਅਕਲ 'ਤੇ ਹੱਸਣਾ ਚਾਹੁੰਦਾ, ਹਾਸਾ ਵੀ ਨਹੀਂ ਆ ਰਿਹਾ। ਫਿਰ ਸੋਚ ਆਣ ਟੁੰਬਦੀ ਹੈ, ਦੁਨੀਆ 'ਚ ਕਿੰਨਾ ਕੁਝ ਝੂਠ ਹੋ ਰਿਹਾ। ਝੂਠ ਝੂਠ ਝੂਠ, ਜਿਵੇਂ ਕਿੰਨਾਂ ਵਿੱਚ ਕੋਈ ਢੋਲ ਕੁੱਟ ਰਿਹਾ ਹੋਵੇ। ਗੁਰਦੁਆਰੇ ਦੇ ਸਪੀਕਰ ਦੀ ਆਵਾਜ਼ ਮੇਰੇ ਖਿਆਲਾਂ ਦੀ ਲੜੀ ਸਾਹਮਣੇ ਆ ਖੜੋਂਦੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਰਦਾਰ ਗੁਰਮੁਖ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅੱਗੇ ਬੇਨਤੀ ਹੈ ਕਿ ਉਹ ਛੇਤੀ ਗੁਰਦੁਆਰੇ ਪਹੁੰਚ ਜਾਣ। ਭੋਗ ਦੀ ਤਿਆਰੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਇਹਦੇ ਤੋਂ ਬਿਨਾਂ ਭਲਾ ਭੋਗ ਪੈ ਸਕਦਾ? ਬੁੱਢੜੀ ਮਾਂ ਦੇ ਮੱਥੇ ਉੱਤੇ ਤਿਉੜੀਆਂ ਉੱਭਰ ਆਉਂਦੀਆਂ ਹਨ। ਇਹ ਔਂਤਰਾ ਹਰ ਥਾਂ ਅੱਗੇ ਹੀ ਹੁੰਦਾ ਹੈ। ਮੈਂ ਮਾਂ ਦੀ ਪੀੜ ਜਾਣਦਾ ਹਾਂ,
ਪਰ ਕੀ ਕਰ ਸਕਦਾ। ਉਂਝ ਮੇਰਾ ਜੀ ਕਰਦਾ ਚੀਖਾਂ, ਸ਼ੋਰ ਪਾਵਾਂ ਤੇ ਲੋਕਾਂ ਨੂੰ ਦੱਸਾਂ ਅੱਜ ਗੁਰੂ ਦਾ ਜਨਮ ਦਿਨ ਨਹੀਂ, ਅੱਜ ਗੁਰੂ ਗੁਰਦੁਆਰੇ ਵਿੱਚ ਮਰ ਰਿਹਾ ਹੈ, ਮੇਰੇ ਘਰ ਵਿੱਚ ਮਰ ਰਿਹਾ ਹੈ। ਤੇ ਜਸ਼ਨ, ਇਹ ਖੁਸ਼ੀਆਂ ਸਭ ਹਰੇ ਇਨਕਲਾਬ ਵਰਗੀਆਂ ਹਨ। ਤੇ ਇਹਨਾਂ ਵਿਚਾਰਾਂ ਤੋਂ ਬਚਣ ਲਈ ਮੈਂ ਫਿਰ ਅਖਬਾਰ ਪੜ੍ਹਨ ਲੱਗ ਪੈਂਦਾ। ਇੱਕ ਪਾਸੇ ਇੱਕ ਨੌਜਵਾਨ ਦੀ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਹੈ, ਦੂਜੇ ਪਾਸੇ ਮੋਟੇ ਅੱਖਰਾਂ 'ਚ ਪ੍ਰਧਾਨ ਮੰਤਰੀ ਦੀ ਲੋਕ ਸਭਾ ਭੰਗ ਕਰਵਾ ਕੇ ਮੁੜ ਚੋਣਾਂ ਕਰਾਉਣ ਲਈ ਹੋ ਰਹੀ ਚਰਚਾ ਦਾ ਜ਼ਿਕਰ ਹੈ। ਪ੍ਰਧਾਨ ਮੰਤਰੀ ਗਰੀਬਾਂ ਦੀ ਉੱਨਤੀ ਦੀ ਇੱਛਾ ਰੱਖਦੀ ਹੋਈ ਸਰਮਾਏਦਾਰ ਸ਼ਕਤੀਆਂ ਨਾਲ ਟੱਕਰ ਲੈਣ ਲਈ ਡਟ ਗਈ ਹੈ। ਅਜਿਹੇ ਭਾਵ ਦੀ ਖਬਰ ਪੜ੍ਹਦਾ ਮੈਂ ਸੋਚਾਂ 'ਚ ਗੁੰਮ ਹੋ ਜਾਂਦਾ। ਮੇਰੀਆਂ ਨਜ਼ਰਾਂ ਅੱਗੇ ਬੁੱਢੇ ਬਾਪੂ ਦਾ ਸੱਪ ਦੇ ਜ਼ਹਿਰ ਨਾਲ ਨੀਲਾ ਪਿਆ ਸਰੀਰ ਗੁਜ਼ਰ ਜਾਂਦਾ ਹੈ। ਦੱਬਾਂ ਦੀ ਥਾਂ ਹਰੀਆਂ ਖੇਤੀਆਂ ਲਹਿਲਾਉਂਦੀਆਂ ਹਨ। ਚੀਨੀਆਂ ਦੇ ਰੇਡੀਓ ਵਿੱਚ ਰੋਜ਼ ਹੁੰਦੀਆਂ ਹਰੇ ਇਨਕਲਾਬ ਦੀਆਂ ਗੱਲਾਂ ਮੇਰੀ ਸੋਚ ਦੀ ਗਲੀ ਵਿੱਚੋਂ ਧਮਕੜੀ ਭੱਜਦੀਆਂ ਲੰਘ ਗਈਆਂ ਹਨ ਤੇ ਮੇਰੀ ਕਲਪਨਾ ਗੁਰਮੁਖ ਸਿੰਘ ਦੇ ਚਿਹਰੇ 'ਤੇ ਆਣ ਖੜੋਤੀ ਹੈ। ਉਹ ਵੀ ਤਾਂ ਪ੍ਰਧਾਨ ਮੰਤਰੀ ਦੀ ਪਾਰਟੀ ਦਾ ਕਿਸੇ ਸਮੇਂ ਮੈਂਬਰ ਰਿਹਾ ਸੀ, ਭਾਵੇਂ ਅੱਜ ਉਹਦੀ ਪੱਗ ਦਾ ਰੰਗ ਨੀਲਾ ਹੈ। ਗੁਰਮੁਖ ਸਿੰਘ ਜਿਵੇਂ ਚਫੇਰਿਓਂ ਆਵਾਜ਼ ਆ ਰਹੀ ਹੋਵੇ। ਗੁਰਮੁਖ ਸਿੰਘ ਤੋਂ ਹਟ ਕੇ ਮੈਂ ਪ੍ਰਧਾਨ ਮੰਤਰੀ ਬਾਰੇ ਸੋਚਣ ਲੱਗ ਜਾਂਦਾ, ਜੋ ਸਮਾਜਵਾਦ ਲਿਆਉਣ ਲਈ ਹਰ ਔਖਿਆਈ ਦਾ ਟਾਕਰਾ ਕਰਨ ਦੀਆਂ ਦਲੀਲਾਂ ਦਿੰਦੇ ਹੈ। ਅਤੇ ਮੈਨੂੰ ਖਿਆਲ ਆਉਂਦਾ ਹੈ ਜਿਸ ਦਿਨ ਰਾਜਿਆਂ ਦੇ ਪ੍ਰੀਵੀ ਪਰਸ ਬੰਦ ਹੋਏ ਸਨ, ਉਸ ਦਿਨ ਮੇਰੀ ਗਰੀਬੀ ਕਰਕੇ ਮੇਰੀ ਭੈਣ ਦਾ ਸਾਕ ਲੈਣ ਤੋਂ ਅਗਲਿਆਂ ਇਨਕਾਰ ਕਰ ਦਿੱਤਾ ਸੀ। ਦੁੱਧ ਅੱਜ ਉਹਨਾਂ ਵੱਲੋਂ ਥੋੜ੍ਹਾ ਮਿਲਿਆ, ਚਾਹ ਲਈ ਕੱਟੀ ਚੁੰਘ ਗਈ ਸੀ। ਚੀਨੀਆਂ ਵੱਲੋਂ ਮੁੜ ਕੇ ਆਈ ਭੈਣ ਦੁੱਧ ਨੂੰ ਚੌਂਕੇ 'ਚ ਰੱਖਦੀ ਹੋਈ ਕਹਿੰਦੀ ਹੈ, ਅਤੇ ਮੈਂ ਹਰੇ ਇਨਕਲਾਬ ਤੋਂ ਚਿੱਟੇ ਇਨਕਲਾਬ 'ਤੇ ਆ ਕੇ ਰੁਕ ਜਾਂਦਾ। ਪਿੱਛੇ ਜਿਹੇ ਇੱਕ ਵਜ਼ੀਰ ਨੇ ਕਿਹਾ ਸੀ ਕਿ ਗਾਵਾਂ ਦੀ ਨਸਲ ਸੁਧਰ ਜਾਣ ਨਾਲ ਦੇਸ਼ 'ਚ ਅੱਗੇ ਨਾਲੋਂ ਦੁੱਧ ਵੱਧ ਰਿਹਾ ਹੈ ਅਤੇ ਥੋੜ੍ਹੇ ਚਿਰ ਵਿੱਚ ਦੁੱਧ ਵੱਲੋਂ ਚਿੱਟਾ ਇਨਕਲਾਬ ਆ ਜਾਏਗਾ। ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਸੱਚ ਝੂਠ ਦਾ ਨਿਖੇੜਾ ਕਿਵੇਂ ਕਰਾਂ। ਮੈਂ ਬੇਵੱਸ ਹਾਂ। ਗੁਰਦੁਆਰੇ ਵਿੱਚ ਅਖੰਡ ਪਾਠ ਦਾ ਭੋਗ ਪੈਣ ਪਿੱਛੋਂ ਹੁਣ ਸਰਦਾਰ ਗੁਰਮੁਖ ਸਿੰਘ ਆਪਣਾ ਭਾਸ਼ਣ ਦੇ ਰਹੇ ਹਨ। ਗੁਰੂ ਜੀ ਨੇ ਸਾਰੇ ਢੰਗ ਫੇਲ ਹੋ ਜਾਣ ਤੋਂ ਪਿੱਛੋਂ ਤਲਵਾਰ ਫੜੀ, ਲੋਕਾਂ ਦੇ ਹਿੱਤਾਂ ਲਈ ਆਪਣਾ ਸਰਬੰਸ ਵਾਰ ਦਿੱਤਾ, ਧਰਮ ਦੀ ਆੜ ਵਿੱਚ ਐਸ਼ ਕਰਦੇ ਮਸੰਦਾਂ ਨੂੰ ਸਾੜਿਆ। ਮੈਂ ਸੁਣਦਾ ਜਾ ਰਿਹਾ, ਮੈਨੂੰ ਖਿਝ ਆ ਰਹੀ ਹੈ। ਗੁੱਸੇ ਵਿੱਚ ਮੇਰੀਆਂ ਅੱਖਾਂ ਲਾਲ ਹੋ ਰਹੀਆਂ ਹਨ। ਆਵਾਜ਼ ਆ ਰਹੀ ਹੈ, ਅੱਜ ਵੀ ਧਰਮ ਦੇ ਨਾਂ 'ਤੇ ਲੋਕਾਂ ਨੂੰ ਲੁੱਟਦੇ ਹਨ, ਪੈਸੇ ਦੀ ਤਾਕਤ ਨਾਲ ਗਰੀਬਾਂ ਨੂੰ ਤੰਗ ਕਰਦੇ, ਉਹਨਾਂ ਦੀ ਰੋਟੀ ਖੋਹਦੇ ਹਨ। ਉਹਨਾਂ ਦੇ ਵਿਰੁੱਧ ਸਾਨੂੰ ਡਟਣਾ ਚਾਹੀਦਾ ਹੈ, ਬਿਲਕੁਲ ਉਂਝ ਹੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਡਟੇ ਸਨ। ਮੈਂ ਮੋੜ ਭੰਨਦਾ ਅਤੇ ਇੱਕਦਮ ਖਲੋ ਜਾਂਦਾ ਹਾਂ। ਧੰਨਵਾਦ।